ਟਰਸ ਦੀ ਚੋਣ ਹੈ ਜਿਹੜੀ ਉਹ ਕਿਸ ਪ੍ਰਕਾਰ ਦੀ ਹੈ। ਜਦੋਂ ਚੋਣ ਦੀ ਗੱਲ ਆਉਂਦੀ ਹੈ, ਪਿਛਲੇ ਕੁਝ ਸਮੇਂ ਤੋਂ ਅਸੀਂ ਇਸ ਗੱਲ ਦੇ ਸਵਾਲ ਉਠਾ ਰਹੇ ਹਾਂ ਔਰ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਇੱਕਾ ਦੁੱਕਾ ਕੁਝ ਕੁ ਚੰਗੇ ਬੰਦੇ ਨੇ ਜਿਹੜੇ ਕਿ ਸਵਾਲ ਉਠਾ ਰਹੇ ਨੇ, ਉਹ ਬੋਰਡ ਨੂੰ ਛੱਡ ਕੇ ਵੀ ਜਾ ਰਹੇ ਨੇ। ਬੋਰਡ ਦੇ ਚੇਅਰ ਤਰਲੋਚਨ ਤੋਚੀ ਸੰਧੂ ਕਮਿਊਨਿਟੀ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਜਾਣੇ ਪਹਿਚਾਣੇ ਅਤੇ ਸਤਿਕਾਰੇ ਵੀ ਜਾਂਦੇ ਆ। ਉਹਨਾਂ ਨੇ ਕਹਿੰਦੇ ਤਕਰੀਬਨ 2 ਮਹੀਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਔਰ ਉਹਨਾਂ ਨੂੰ ਇਹ ਕਿਹਾ ਗਿਆ ਨਹੀਂ ਜੀ ਤੁਸੀਂ ਅਸਤੀਫਾ ਅਜੇ ਨਹੀਂ ਤੁਹਾਡਾ ਐਕਸੈਪਟ ਕਰ ਸਕਦੇ, 2 ਮਹੀਨੇ ਨਾ ਬਾਅਦ AGM ਹੋਣੀ ਆ ਤਾਂ ਅਸੀਂ ਉੱਥੇ ਤੁਹਾਡਾ ਅਸਤੀਫਾ ਜਿਹੜਾ ਐਕਸੈਪਟ ਕਰਾਂਗੇ। ਅਸੀਂ ਗਏ, ਤੁਸੀਂ ਦੇਖੋ ਸਾਬਕਾ ਚੇਅਰ ਤਰਲੋਚਨ ਤੋਚੀ ਉੱਥੇ ਨਹੀਂ ਆਏ ਕਿਉਂਕਿ 2 ਮਹੀਨੇ ਪਹਿਲਾਂ ਅਸਤੀਫਾ ਦੇ ਚੁੱਕੇ ਸੀ। ਉੱਥੇ ਫੇਰ ਕਾਰਗੁਜ਼ਾਰੀਆਂ ਦੇਖੋ। ਇਨ ਦਾ ਮੇਨ ਟਾਈਮ ਇਸ ਤਰ੍ਹਾਂ ਦੇ ਬੋਰਡ ਆਫ ਡਾਇਰੈਕਟਰਸ ਨੇ ਆਪਣੇ ਫਟਾਫਟ ਮੈਂਬਰ ਭਰਤੀ ਕਰਕੇ ਆਪਣੀ ਪਸੰਦ ਦੇ 1-2 ਫੀਲੇ ਆਪਣੇ ਵਰਗੇ ਹੋਰ ਉੱਥੇ ਗਡਾਉਣ ਦੀ ਕੋਸ਼ਿਸ਼ਾਂ ਕੀਤੀਆਂ ਔਰ ਕੁਝ ਕੁ ਹੋਇਆ ਵੀ। ਸਵਾਲ ਇਹ ਉੱਠਦਾ ਹੈ ਕਿ ਅਗਰ ਉਹ ਅਨਸਰ ਜਿਹਦੀ ਮਨਸ਼ਾ ਸਾਰਿਆਂ ਨੂੰ ਪਤਾ ਵੀ ਸਮਾਜ ਸੇਵਾ ਤੋਂ ਸਿਵਾਏ ਸਾਰਾ ਕੁਝ ਕਰਨ ਦੀ ਹੈ, ਉਹਨਾਂ ਦੀ ਕਾਰਗੁਜ਼ਾਰੀ ਹੈ ਜਿਹੜੀ ਉਸੇ ਤਰ੍ਹਾਂ ਚੱਲ ਰਹੀ ਹੈ ਔਰ ਉਹਨਾਂ ਦੀ ਗਿਣਤੀ ਹੈ ਜਿਹੜੀ ਬੋਰਡ ਦੇ ਵਿੱਚ ਵਧਾਈ ਜਾ ਰਹੀ ਹੈ। ਜਿਹੜੇ ਚੰਗੇ ਬੰਦੇ ਨੇ ਛੱਡ ਕੇ ਜਾਈ ਜਾ ਰਹੇ ਨੇ। ਇਹਦਾ ਮਤਲਬ ਸਿਸਟਮੈਟਿਕ ਤਰੀਕੇ ਦੇ ਨਾਲ, ਬੜੇ ਯੋਜਨਾਬੱਧ ਤਰੀਕੇ ਦੇ ਨਾਲ ਬੋਰਡ ਆਫ ਡਾਇਰੈਕਟਰ ਪੂਰੇ ਦੇ ਪੂਰੇ ਬੋਰਡ ਦੇ ਵਿੱਚ ਇਸ ਤਰ੍ਹਾਂ ਦੀਆਂ ਕਤਾਈਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਜਿੱਥੋਂ ਕਿ ਸੁਲਝੇ ਹੋਏ ਔਰ ਉਹ ਲੋਕ ਜਿਹੜੇ ਸਿੱਧੇ ਰਾਹ ਦੇ ਚੱਲਦੇ ਉਹ AGM 'ਚ ਹੀ ਨਹੀਂ ਗਏ। ਮੈਂ ਹੈਰਾਨ ਸੀ ਆਸ਼ਾ ਨਾ, ਜਦੋਂ ਮੈਨੂੰ ਇੱਕ AGM ਦੇ ਵਿੱਚ ਬਾਰੇ ਸੀਨੀਅਰ ਮੈਂਬਰ ਨੇ ਕਿਹਾ, ਕਹਿੰਦੇ ਉਹਨਾਂ ਦੇ ਆਪਣੇ ਬੰਦੇ ਬਿਠਾਏ AGM ਦੇ ਵਿੱਚ ਜਾਣ ਦਾ ਤਾਂ ਕੋਈ ਫਾਇਦਾ ਹੈ ਨਹੀਂ। ਮੈਂ ਕਿਹਾ ਕਿਉਂ? ਤੁਸੀਂ ਸੀਨੀਅਰ ਮੈਂਬਰ ਹੋ, ਵਿੱਚੋਂ ਬੜੇ ਲੰਮੇ ਸਮੇਂ ਤੋਂ ਜਿਹੜੀ ਪੈਕਸ ਦੇ ਨਾਲ ਕੰਮ ਕਰਦੇ, ਤੁਸੀਂ ਕਿਉਂ ਨਹੀਂ ਜਾਓ? ਕਹਿੰਦੇ there is no point to go there ਕੁਲਜੀਤ, ਕਹਿੰਦੇ ਇਟਸ ਨਾਟ ਦਾ ਸੇਮ ਪੈਕਸ। ਉੱਥੇ ਇਹੋ ਜਿਹੇ ਲੋਕਾਂ ਦਾ ਆਪਣਾ ਕਹਿੰਦੇ ਅੱਡਾ ਬਣਾਇਆ ਗਿਆ ਕਿ ਉੱਥੇ ਉਹ ਕੰਮ ਹੈ ਹੀ ਨਹੀਂ ਜਿਹਦੇ ਲਈ ਸੰਸਥਾ ਜਿਸ ਦੇ ਨਿਮਿਤ ਹੈ ਜਿਹੜੀ ਇਹ ਖੜੀ ਹੋਈ ਸੀ। ਮੈਂ ਕਿਹਾ ਚਲੋ ਮੁਜ਼ਾਹਰਾ ਹੋਣਾ, ਦੇਖਦੇ ਹਾਂ ਕੌਣ ਕੌਣ ਆਉਂਦਾ, ਕੀ ਹੁੰਦਾ ਕੀ ਹੈ। ਉਹ ਗੱਲ ਉਹਨਾਂ ਦੀ ਬਿਲਕੁਲ ਸਹੀ ਨਿਕਲੀ ਕਿ ਜਿਸ ਤਰ੍ਹਾਂ ਦਾ ਇਨਵਾਇਰਮੈਂਟ ਇਸ ਵਕਤ ਬੋਰਡ ਆਫ ਡਾਇਰੈਕਟਰਸ ਨੇ ਚਾਹੇ ਕਾਰਗੁਜ਼ਾਰੀ ਦੇ ਵਿੱਚ ਉਹ ਇਸ ਤਰ੍ਹਾਂ ਦਾ ਇਨਵਾਇਰਮੈਂਟ ਹੋਇਆ ਉੱਥੋਂ ਪਿਕਸ ਦੀ ਜਿਹੜੀ ਰੂਹ ਸੀ ਲੋੜਵੰਦਾਂ ਦੀ ਮਦਦ ਕਰਨ ਦੀ ਰੂਹ ਗਾਇਬ ਆ। ਹੁਣ ਇਹ ਸੰਸਥਾ ਸਿਰਫ ਔਰ ਸਿਰਫ ਨੰਬਰਾਂ 'ਤੇ ਚੱਲ ਰਹੀ ਹੈ। ਕਹਿੰਦੇ ਇੰਨੇ ਕੇਸ ਲਿਆਓ, ਕੰਮ ਕਰਮਚਾਰੀ ਨੂੰ ਦੱਸਿਆ ਜਾਂਦਾ ਇੰਨੇ ਕੇਸ ਤੁਹਾਡੇ ਹੋਣੇ ਚਾਹੀਦੇ ਆ, ਜੇ ਤੁਹਾਡੇ ਇੰਨੇ ਕੇਸ ਨਹੀਂ ਹੈਗੇ ਤਾਂ ਤੁਹਾਡਾ ਪ੍ਰੋਜੈਕਟ ਗਿਆ ਤੇ ਤੁਸੀਂ ਵੀ ਗਏ। ਤਾਂ ਫਿਰ ਇੱਥੇ ਸੁਧਾਰ ਕਿਵੇਂ ਲਿਆਂਦਾ ਜਾ ਸਕਦਾ ਭਾਈ? ਜਿਹੜੀ ਮਨਸ਼ਾ ਸਿਰਫ ਆਪਣੀ ਰੋਜ਼ੀ ਰੋਟੀ, ਆਪਣੀ ਨੌਕਰੀ ਕਾਇਮ ਰੱਖਣ ਦੇ ਲਈ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਕਰਨ ਵਾਲੀ ਆ, ਸੁਧਾਰ ਦਾ ਕੁਝ ਨਹੀਂ ਹੈ। ਖੈਰਾਤੀ ਸੰਸਥਾ ਦਾ ਇੱਕ ਅੱਛਾ ਨਾ ਬੇਸਿਕ ਫਾਰਮੂਲਾ ਹੁੰਦਾ ਹੈ ਕਿ ਲੋਕਾਂ ਨੂੰ ਮਦਦ ਦੇ ਲਈ ਆਏ, ਉਹਨਾਂ ਦੀ ਤੁਸੀਂ ਮਦਦ ਕੀਤੀ ਔਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਗਾਂਹ ਵੱਧ ਗਏ। ਹੁਣ ਉੱਥੇ ਜਿਹੜੇ ਨਵੇਂ ਲੋਕ ਨੇ ਉਹਨਾਂ ਦੀ ਮਦਦ ਅਸੀਂ ਲਗਾਤਾਰ ਲੰਮੇ ਸਮੇਂ ਤੱਕ ਉਹਨਾਂ ਨੂੰ ਆਪਣੇ ਮੋਢੇ 'ਤੇ ਬਿਠਾ ਕੇ ਨਹੀਂ ਚੱਲਣਾ, ਬਲਕਿ ਉਹਨਾਂ ਨੂੰ ਪ੍ਰੋਤਸਾਹਿਤ ਕਰਕੇ ਰਾਹ ਚੱਲਦੇ ਉਹਨਾਂ ਨੂੰ ਐਸੇ ਰਾਹ ਪਾ ਦੇਣਾ ਕਿ ਹਾਂਜੀ ਉਹ ਅਗਾਂਹ ਚੱਲ ਪਏ ਨੇ। ਇੱਥੇ ਕੀ ਹੋ ਰਿਹਾ? ਕੰਮ ਕਰਨ ਵਾਲੇ ਘੱਟ ਨੇ, ਨਿਕੰਮਿਆਂ ਦੀ ਭੀੜ ਜ਼ਿਆਦਾ ਹੈ ਔਰ ਉਹਦੇ ਨਾਲ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਵੀ ਉਹੀ ਹੈ ਜਿਨ੍ਹਾਂ ਦੀ ਮੁਲਾਜ਼ੇਦਾਰੀ ਪੂਰੀ ਕਰਨ ਵਾਲਾ ਜ਼ਿਆਦਾ, ਜਿਹੜਾ ਲੁੰਗਲਾਣਾ ਇਕੱਠਾ ਹੋਇਆ ਕੰਮ ਦੇ ਪ੍ਰਤੀ ਨਿਮਿਤ ਜਿਹੜੇ ਵਿਅਕਤੀ ਨੇ ਉਹਨਾਂ ਦੀ ਗਿਣਤੀ ਰੱਜ ਕੇ ਘੱਟ ਹੈ। ਤੁਸੀਂ ਇਮੈਜਿਨ ਕਰੋ ਕਿ ਬੋਰਡ ਦੇ ਵਿੱਚ ਬੋਰਡ ਆਫ ਡਾਇਰੈਕਟਰਸ ਰੱਖਣ ਲਈ ਕਮਿਊਨਿਟੀ ਦੇ ਨੰਬਰ ਲੋਕਾਂ ਨੂੰ ਅਪਰੋਚ ਕੀਤਾ ਗਿਆ ਕਿ ਸਾਡੇ ਲੋਕ ਛੱਡ ਕੇ ਜਾ ਰਹੇ ਨੇ ਸਾਨੂੰ। ਉਹ ਕਹਿੰਦੇ ਬਿਲਕੁਲ ਨਹੀਂ, ਤੁਹਾਡੀ ਉੱਥੇ ਜੋ ਕਾਰਗੁਜ਼ਾਰੀ ਚੱਲ ਰਹੀ ਹੈ, ਜੋ ਸਾਹਮਣੇ ਆ ਰਹੀ ਹੈ, ਜੋ ਮੀਡੀਆ ਵੇਵਸ ਤੋਂ ਸਾਨੂੰ ਸਾਹਮਣੇ ਦਿਖਾਈ ਹੈ ਕਿਸੇ ਨੇ ਡੇਅਰ ਕੀਤਾ ਦਿਖਾਉਣ ਦਾ, ਉਹ ਕਾਰਗੁਜ਼ਾਰੀ ਦੇ ਨਾਲ ਅਸੀਂ ਆਪਣਾ ਨਾਂ ਹੈ ਜਿਹੜਾ ਉਹ ਮਲੀਤ ਨਹੀਂ ਕਰਨਾ ਹੈ। ਅਸੀਂ ਇਹ ਮਿਹਨਤ ਨਾਲ ਕਮਾਈਆ ਆਪਣਾ, ਅਸੀਂ ਆਪਣਾ ਨਾਮ ਕਮਿਊਨਿਟੀ ਦੇ ਵਿੱਚ ਮਿਹਨਤ ਨਾਲ ਇਮਾਨਦਾਰੀ ਨਾਲ ਕਮਾਇਆ ਔਰ ਤੁਹਾਡੇ ਵਰਗਿਆਂ ਦੀ ਜੁੰਡਲੀ ਦੇ ਵਿੱਚ ਬੈਠ ਕੇ ਅਸੀਂ ਮਲੀਤ ਨਹੀਂ ਕਰਨਾ, ਪਲੀਤ ਨਹੀਂ ਕਰਨਾ। ਇੱਥੋਂ ਪਤਾ ਚੱਲਦਾ ਹੈ ਕਿ ਹਾਲਾਤ ਕਿਸ ਹੱਦ ਤੱਕ ਨਿੱਘਰੇ ਹੋਏ ਹੈ। ਪਰ ਇਹਨਾਂ ਦੇ ਵਿੱਚ ਸੁਧਾਰ ਦੀ ਗੱਲ ਜਦੋਂ ਆਉਂਦੀ ਹੈ ਨਾ, ਤਾਂ ਇੱਕ ਗੱਲ ਤਾਂ ਹੋਰ ਵੀ ਜ਼ਿਕਰ ਹੋਇਆ ਕਿ ਜਦੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਬਹੁਤ ਜ਼ਿਆਦਾ ਵੱਧ ਜਾਣ ਕਿਸੇ ਵੀ ਸੰਸਥਾ ਦੇ ਵਿੱਚ, ਬਹੁਤ ਜ਼ਿਆਦਾ
ਸਟਰੋਂਗ ਸਖਤ ਜਿਹੜੇ ਨੇ ਮੱਦੇ ਵਾਲੇ ਜਿਹੜੇ ਲੋਕ ਨੇ ਉਹ ਉੱਥੇ ਸੁਧਾਰ ਲਿਆਉਣ ਲਈ ਚਾਹੀਦੇ ਹੁੰਦੇ ਨੇ। ਇੱਕ ਦਾ ਤਰੀਕਾ ਉਹ ਹੈ ਔਰ ਉਹਨਾਂ ਦੀ ਫਿਰ ਜ਼ਿੰਮੇਵਾਰੀ ਬਣ ਜਾਂਦੀ ਹੈ ਇਹੋ ਜਿਹੇ ਲੋਕਾਂ ਨੂੰ ਪੱਕੇ ਤੌਰ ਦੇ ਉੱਤੇ ਉਸ ਸੰਸਥਾ ਦੇ ਪਲੈਟਫਾਰਮ ਤੋਂ ਬਾਹਰ ਕੱਢਣਾ, ਚਾਹੇ ਕੋਈ ਵੀ ਹੋਵੇ। ਉਹ ਜਿਹੜਾ ਪਲੈਟਫਾਰਮ ਦਾ ਅਕੀਦਾ ਉਹ ਤੋਂ ਇੱਕ ਕਹਿ ਸਕਦੇ 1% ਦੀ ਵੀ ਕੋਤਾਹੀ ਕਰਦਾ, ਦੇ ਸ਼ੁੱਡ ਬੀ ਆਊਟ। ਉਹਨਾਂ ਦੀਆਂ ਵਜਾਇਤਾਂ ਦੇਖਣ ਦੀ ਲੋੜ ਨਹੀਂ ਜੀ। ਅਟੇਰਾ ਦੇ ਵਿੱਚ ਵੀ ਆਈ ਹੁੰਦਾ ਸੀ, SRO ਦੇ ਵਿੱਚ ਵੀ ਇੰਝ ਹੀ ਹੁੰਦਾ। ਇਹ ਖਰਾਤੀ ਸੰਸਥਾਵਾਂ ਦੇ ਵਿੱਚ ਹਰ ਇੱਕ ਥਾਂ ਦੇ ਉੱਤੇ ਹੀ ਇਸ ਤਰ੍ਹਾਂ ਹੁੰਦਾ ਹੈ, ਚੱਲਦਾ ਹੈ, ਕਿਉਂਕਿ ਸਰਕਾਰੀ ਖਜ਼ਾਨੇ ਨਾਲ ਸਿੱਧੀ ਤਾਂ ਟੂਟੀ ਲੱਗੀ ਹੋਈ ਹੈ ਇਹਨਾਂ ਦੀ। ਉੱਥੋਂ ਸਿੱਧੇ ਦੇ ਸਿੱਧੇ ਫੰਡਸ ਨੇ ਜਿਹੜੇ ਪੋਰਨ ਹੁੰਦੇ ਆ ਔਰ ਫਿਰ ਇਹਨਾਂ ਨੂੰ ਤਾਂ ਮੌਜਾਂ ਨੇ। ਇਹ ਅਧਿਕਾਰਤ ਤੌਰ 'ਤੇ ਮੌਲਿਕ ਤੌਰ ਦੇ ਉੱਤੇ ਸਰਕਾਰੀ ਅਤੇ ਨਾਲ ਦੀ ਨਾਲ ਲੋਕਾਂ ਦੇ ਸਮਾਜ ਸੁਧਾਰ ਲਈ ਕੀਤੀ ਹੋਈ ਕੰਟਰੀਬਿਊਸ਼ਨ ਦਾ ਦੁਰਪ੍ਰਯੋਗ ਹੈ ਔਰ ਇਹ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਔਰ ਇਹਦੇ ਇਹ ਦੁਰਪ੍ਰਯੋਗ ਨਾ ਹੋਵੇ ਉਹਦਾ ਨਿਗਾਹ ਰੱਖਣ ਵਾਲੇ ਜਿਹੜੇ ਸੁੱਖ ਨਾਲ ਬੋਰਡ ਆਫ ਡਾਇਰੈਕਟਰਸ ਨੇ ਜਾਂ ਚੇਅਰ ਨੇ, ਉਹਨਾਂ ਦੀਆਂ ਕਰਤੂਤਾਂ ਤੁਹਾਨੂੰ ਦੱਸਦੇ ਜਾ ਰਿਹਾ ਸੀ। ਜੇ ਇਹੋ ਜਿਹੇ ਲੋਕ ਹੋਣਗੇ ਜਿਹੜੇ ਆਪਣੀ ਐਸ਼ੀ ਨੂੰ ਆਪਣੀ ਇੱਕ ਤਰੀਕੇ ਨਾਲ ਕਾਬਲੀਅਤ ਦੇ ਰੂਪ ਦੇ ਵਿੱਚ ਪ੍ਰਗਟਾਉਂਦੇ ਆ, ਉਹਨਾਂ ਦਾ ਮੋਰਲ ਜਿਹੜਾ ਕੰਪਸ ਆ ਉਹ ਕਿੱਥੇ ਆ? ਮੋਰਲ ਦਾ ਮੋਰੈਲਿਟੀ ਕਿੱਥੇ ਆ ਉਹਨਾਂ ਦੀ? ਐਂਡ ਪਲੱਸ ਔਨ ਟਾਪ ਆਫ ਦੈਟ ਉਹਨਾਂ ਤੋਂ ਉਮੀਦ ਹੋਰ ਕੀ ਕੀਤੀ ਜਾ ਸਕਦੀ ਹੈ? ਜਿਹੜਾ ਵਿਅਕਤੀ ਕਿਸੇ ਵੀ ਅਸੂਲ ਦੇ ਉੱਤੇ ਖੜਾ ਹੋਇਆ, ਜਿਹੜਾ ਕਿ ਉਹ ਸੰਸਥਾ ਦੇ ਅਸੂਲਾਂ ਦਾ ਧੁਰਾ ਹੈ, ਤਾਂ ਉਹਨੂੰ ਨਾ ਕੋਈ ਰੋਕ ਸਕਦਾ ਸ਼ਾਨਾ, ਨਾ ਕੋਈ ਉਹਨੂੰ ਤੋੜ ਸਕਦਾ, ਨਾ ਕੋਈ ਉਹਨੂੰ ਭਜਾ ਸਕਦਾ। ਹਾਂ, ਬਹੁਤੇਰੀ ਦਫਾ ਕੀ ਹੁੰਦਾ ਕਿ ਕੁਝ ਲੋਕ ਜਿਹੜੇ ਨੇ ਉਹ ਇਸ ਗੱਲ 'ਤੇ ਹੈਰਾਨ ਹੋ ਜਾਂਦੇ ਨੇ, ਖਾਸ ਤੌਰ ਦੇ ਉੱਤੇ ਜਿਨ੍ਹਾਂ ਦਾ ਪਿਛਲੀ ਸਦੀ ਨਾਲ ਵਾਹ ਵਾਸਤਾ ਰਿਹਾ, ਉਹਨਾਂ ਨੂੰ ਹੁੰਦਾ ਕਿ ਨਹੀਂ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਕਈ ਦਫਾ ਇਮਾਨਦਾਰ ਬੰਦੇ ਨੂੰ ਸ਼ਰਮ ਆ ਜਾਂਦੀ ਆ, ਪਰ ਇਸ ਤਰ੍ਹਾਂ ਦੇ ਚੋਰ ਜਿਹੜਾ ਲੋਟੂ ਲਾਣਾ ਹੈ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ, ਕਿਉਂਕਿ ਲੁੱਟਣਾ ਜਿਹੜਾ ਇਹਨਾਂ ਦਾ ਆਪਣਾ ਇੱਕ ਤਰੀਕੇ ਨਾਲ ਆਸ਼ਾ ਇਹਨਾਂ ਨੇ ਕੁਆਲੀਫਿਕੇਸ਼ਨ ਬਣਾਈ ਹੁੰਦੀ है, चाहे लोगों लुटना हो चाहे संस्था नु। बिल्कुल दीदी। और पिक्स के अंदर जो इस तरह के लुटेरे बैठे हुए हैं, दे शुड बी आउट, क्योंकि अगर इन लोगों को हम सपोर्ट दे रहे हैं तो ये लोग हमें कहीं का नहीं छोड़ेगा। यानी हमारे लोगों को जो आज एक इज़्ज़त मिल रही है, जो हमारे बुज़ुर्गों ने 100 साल पहले आकर एक इज़्ज़त कमाई है हम लोगों के लिए, हमारे स्किन कलर के लिए, ये देखना पड़ेगा कहीं ये इज़्ज़त ऐसे लोगों के वजह से चले ना जाए। बहुत कुछ आजकल हम देखते हैं, बहुत कुछ खुलकर सामने आते हैं और ऐसे कुछ लोग हमारे इस समाज में बैठ गए हैं जिनके वजह से आज हमें अपना जो चेहरा है उसे शर्म के लिए झुका देना पड़ता है। हमारे बुज़ुर्गों ने इतनी मेहनत इसलिए नहीं की थी कि इस तरह के करप्शन होवे, इस तरह के नॉन प्रॉफिट ऑर्गेनाइजेशन में लुटेरे आ जाए, इस तरह से लुटेरे आकर ख़जाना खाली कर जाए। तरक्कियां भी हमारी कौम ने बहुत की है, लेकिन जहाँ पर तरक्की हो रही है वहाँ पर ऐसे करप्ट लोग जब आ जाते हैं, ऐसे लोग जो लुटेरे बन जाते हैं, लोगों को लूट लेते हैं, दगा देते हैं, ऐसे लोगों के वजह से पूरे के पूरे कौम बदनाम हो जाती है। People say, oh, we don't want to deal with them, they have this behind them, we don't want to be called that community। हम चाहते हैं हमारी कम्युनिटी को इज़्ज़त मिले, इज़्ज़त से काम करे। पिक्स को अगर हमें सरकार ने दी है तो उसे हम किस तरह से महफूज रख सकते हैं, उसमें किस तरह से हम सही काम कर सकते हैं, दिस इज़ व्हाट वी शुड बी डूइंग। और यहाँ पे जो प्रोग्राम डायरेक्टर्स है दीदी, चाहे वो किसी भी तरह के प्रोग्राम्स के इंचार्ज में है, उनको भी आवाज़ उठाना चाहिए, उनको भी बताना चाहिए कि पिक्स के अंदर अगर हमारे हेड इस तरह से करते हैं तो हम चाहे लाख प्रोग्राम्स कर ले, हम सफल नहीं हो सकते। सो दिस इज़ समथिंग दैट वी हैव टू लुक इनटू कि पिक्स के अंदर जो लुटेरे हैं इनको यहाँ से बाहर कैसे किया जाए। वी नीड टू गेट सम वर्क डन हियर। और सरकार को भी इस बात को समझना चाहिए कि ऐसे लोगों को निकाल कर बाहर करके सफाई करके फिर ही जाकर कहीं हम पिक्स के सुधार कर सकते हैं। पिक्स को फिर एक बार कम्युनिटी उसी नज़र से देखना शुरू कर दे जिस तरह से जब अंकल चरणपाल गिल होते थे, उस तरह से लोग इसको ऑर्गेनाइजेशन को इज़्ज़त करना शुरू कर दें।
लेकिन अगर हम सस्पेंडेड रियल्टर को बोर्ड ऑफ डायरेक्टर्स बनाकर बैठाएंगे तो ऑब्वियसली दैट्स नॉट गोना हैपन, दैट इज़ नॉट गोइंग टू हैपन। खैर वापस आते हैं कुछ व्यापारिक संदेशों के बाद। सुनते रहिए www.mwlive.ca। ਕੈਨੇਡੀਅਨ ਸਰੀ ਵੈਜੀ ਪੀਜ਼ਾ ਤੇ ਕਰੀ ਹਾਊਸ 100% ਪਿਓਰ ਵੈਜੀਟੇਰੀਅਨ ਪੀਜ਼ਿਆਂ ਦਾ ਵੱਖਰਾ ਸਵਾਦ ਮਾਣਨਾ ਚਾਹੁੰਦੇ ਹੋ ਤਾਂ ਕਰੋ ਕਾਲ 604 597 1110, ਯੂਨਿਟ ਨੰਬਰ 106 8077 ਕਿੰਗ ਜੋਰਜ ਬੁਲੇਵਾਰਡ ਦੇ ਉੱਤੇ। ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ, ਫਰਾਈਆਂ ਵਾਲਾ ਪੀਜ਼ਾ, ਫ੍ਰੈਂਚ ਵੈਟ ਬ੍ਰੈਡ ਪੀਜ਼ਾ, ਵੈਜੀਟੇਰੀਅਨ ਸੁਪਰੀਮ ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ, 3 ਲਾਰਜ ਪੀਜ਼ੇ ਆਰਡਰ ਕਰੋ ਤਾਂ 1 ਮੀਡੀਅਮ ਚੀਜ਼ ਪੀਜ਼ਾ ਬਿਲਕੁਲ ਲਓ ਜੀ ਫ੍ਰੀ। ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹਫਤੇ ਦੇ 7 ਦਿਨ ਖੁੱਲ੍ਹਦੇ ਨੇ। ਕੈਨੇਡੀਅਨ ਸਰੀ ਵੈਜੀ Pizza and Curry House 604-593-1110। ਭੈਣ ਜੀ ਘਰ ਬਹੁਤ ਸੋਹਣਾ ਹੈ ਪਰ ਅੰਦਰੋਂ ਤਾਂ ਲਿਸ਼ਕਾ ਮਾਰਦਾ, ਲੱਗਦਾ ਪੂਰਾ ਘਰ ਰੈਨੋਵੇਟ ਕਰਵਾਇਆ। ਨਾ ਜੀ ਨਾ, ਇਹ ਸਾਰਾ ਕਮਾਲ ਤਾਂ ਪੈਰਾਮਾਉਂਟ ਕਾਰਪੈਟ ਕਲੀਨਿੰਗ ਦੇ ਮਾਨ ਸਾਹਿਬ ਦਾ ਹੈ ਔਰ ਇਹਨਾਂ ਪਾਸ ਹੈਵੀ ਡਿਊਟੀ ਟਰੱਕ ਮਾਊਂਟ ਸਟੀਮ ਕਲੀਨਿੰਗ ਸਿਸਟਮ ਹੈ। ਇਸੇ ਕਰਕੇ ਕਾਰਪੈਟ ਕਲੀਨਿੰਗ ਤੋਂ ਲੈ ਕੇ ਅਪਹੋਲਸਟਰੀ, ਮੈਟਰੈਸ ਕਲੀਨਿੰਗ ਦੇ ਨਾਲ ਨਾਲ ਡਕ ਕਲੀਨਿੰਗ ਤੇ ਫਰਨੈਸ ਕਲੀਨਿੰਗ ਕਰਦੇ ਹੈ। ਹੋਰ ਸੁਣੋ, ਟਾਇਲ ਤੇ ਗਰਾਊਟ ਕਲੀਨਿੰਗ ਕਰਕੇ ਫਲੋਰ ਟਾਇਲਸ ਤੇ ਕਿਚਨ ਵਾਸ਼ਰੂਮ ਟਾਇਲਸ ਨੂੰ ਸਟੀਮ ਕਲੀਨਿੰਗ ਦੇ ਨਾਲ ਨਵੀਆਂ ਨਕੋਰ ਬਣਾ ਦਿੱਤਾ। ਕਮਰਸ਼ੀਅਲ ਬਿਲਡਿੰਗ, ਆਫਿਸਿਸ, ਬੈਂਕਟ ਹਾਲ ਦੇ ਵਿੱਚ ਵੀ ਸੇਵਾਵਾਂ ਦੇਣ ਦੇ ਮਾਹਰ ਮਾਨ ਸਾਹਿਬ ਨੂੰ ਕਰੋ ਕਾਲ 604-861-3600। ਪੈਰਾਮਾਉਂਟ ਕਾਰਪੈਟ ਕਲੀਨਿੰਗ। ਪਲਾਨ ਇੰਸ਼ੋਰੈਂਸ ਕੋਲੋਂ ਲੋ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਬੈਸਟ ਆਪਸ਼ਨਸ। ਇੱਕ ਕਲੇਮ ਆਉਣ ਦੀ ਸੂਰਤ ਵਿੱਚ ਤੁਹਾਨੂੰ ਸਟੈਪ ਬਾय ਸਟੈਪ ਗਾਈਡ ਵੀ ਕਰਦੇ ਹਾਂ। ਜੇ ਤੁਸੀਂ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕੋਟ ਲੈਣਾ ਹੈ ਤਾਂ ਤੁਸੀਂ ਇਹਨਾਂ ਨੂੰ ਸਿਰਫ ਵਿਜ਼ਿਟਰ ਦੇ ਏਜ ਟੈਕਸ ਕਰੋ 604-363-2200 ਤੇ ਇਹ ਮਿੰਟਾਂ ਵਿੱਚ ਤੁਹਾਨੂੰ ਸਾਰੀਆਂ ਮੇਜਰ ਕੰਪਨੀਆਂ ਦੇ ਕੋਟ ਭੇਜ ਦੇਣਗੇ। ਇਹ BC ਅਲਬਰਟਾ ਦੇ ਨਾਲ ਟੋਰਾਂਟੋ ਵਿੱਚ ਵੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਹਾਂ। ਸਹੀ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਵਾਉਣ ਲਈ ਕਾਲ ਕਰੋ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ 604-363-2200 604-363-2200 or visit planinsurance.ca। ਮਿੱਤਰਾਂ ਦੇ ਫੰਕਸ਼ਨ ਤੇ ਰਾਤੀ ਲੱਗੀਆਂ ਮਹਿਫਲਾਂ, ਰਿਫਲੈਕਸ਼ਨ ਬੈਂਕਟ ਹਾਲ ਤੇ ਨਾਰੇ। Reflection Banquet and Convention Center, a new and best hall in Surrey. Modern, elegant, top class, big patios के साथ, best food, lots of variety. You want to give the best to your guests? Party book करो Reflection Banquet and Convention Center ते 604-618-5114 6638-152 A Street, Surrey. Reflection Banquet and Convention Center। ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ, ਫਾਈਨ ਪ੍ਰਿੰਟਸ ਨੂੰ ਪੜ੍ਹਨਾ ਤੇ ਸਮਝਣਾ ਅਤਿਅੰਤ ਜ਼ਰੂਰੀ ਹੈ। ये सिर्फ और सिर्फ भरोसेमंद रियल्टर ही कर सकते हैं। घर बेचन दा मन बनाया या घर खरीदना चाहते हो, सही ते भरोसेयोग सलाह दे लिए कॉल करो 30 साल दा तजुर्बा रखन वाली रियल्टर कुलजीत कौर नू। SRS Panorama Realty 604-767-9992 604-767-9992 ਕੁਲਜੀਤ ਕੌਰ। ਐਕਸਪ੍ਰੈਸ ਐਂਟਰੀ ਦੇ ਵਿੱਚ PR ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604-597-1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 209-7928-128 ਸਟਰੀਟ 604-597-1119 ਆਈਡੀਆ ਇਮੀਗ੍ਰੇਸ਼ਨ। ਘਰ ਦਾ ਪਲਾਨ ਤੇ ਬਣ ਗਿਆ, ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤਾਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ। ਕਮਾ ਓਏ ਫੋਨ 604-231-9592। ਹੁਣੇ ਲਓ ਸਰਦਾਰ 604-231-9592। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604-231-9592।
बिरयानी गोट कढ़ाई निहारी चिकन कढ़ाई बारबेक्यू बीफ कबाब ਓਏ ਆਹ कढ़ाई ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ, ਚਾਹੇ वो बिरयानी हो या फिर गोट कढ़ाई। कल दे डिनर भूल नहीं सकती, अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡੱਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। एक बारी हाउस ऑफ चिकन दी बिरयानी खाओगे, पाकिस्तान दी बिरयानी भूल जाओगे। हाउस ऑफ चिकन। ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਆਪ ਸਭ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗੀ ਨੇ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ। ਇੰਸ਼ੋਰੈਂਸ ਤੁਸੀਂ ਲਾਈਫ ਟਰਮ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਇੰਸ਼ੋਰੈਂਸ ਪਲਾਨਸ ਲੈਣ ਦੀ ਮਨ ਬਣਾਇਆ ਤਾਂ ਯਾਦ ਰਹੇ ਇੰਸ਼ੋਰੈਂਸ ਉਸ ਵਕਤ ਕੰਮ ਆਉਂਦੀ ਹੈ ਜਦੋਂ ਕੋਈ ਨਹੀਂ ਆਉਂਦਾ, ਔਰ ਤੁਹਾਡੀ ਲੋੜ ਮੁਤਾਬਕ ਢੁਕਵੀਂ ਇੰਸ਼ੋਰੈਂਸ ਪਲਾਨ ਕਰਨ ਦੇ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ। 6043632200 ਤੇ ਕਰੋ ਕਾਲ ਜਾਂ ਫਿਰ planinsurance.ca ਦੇ ਉੱਤੇ ਵਿਜ਼ਿਟ ਵੀ ਕਰ ਸਕਦੇ ਹੋ। ਘਰ ਬਣਾ ਰਹੇ ਹੋ ਨਵਾਂ ਜਾਂ ਰੈਨੋਵੇਟ ਕਰ ਰਹੇ ਹੋ ਤਾਂ ਮਾਡਰਨ ਡਿਜ਼ਾਈਨ ਦੇ ਬਲਾਈਂਡਸ ਦੀ ਬਿਹਤਰੀਨ ਸਿਲੈਕਸ਼ਨ ਕਰਨ ਦੇ ਲਈ ਗ੍ਰੇਟ ਬਲਾਈਂਡ ਦੇ ਸ਼ੋਰੂਮ ਦੀ ਕਲੈਕਸ਼ਨ ਦੇ ਉੱਤੇ ਜ਼ਰੂਰ ਮਾਰੋ ਗੇੜਾ। ਖੁਦ ਮੈਨੂਫੈਕਚਰਰ ਨੇ, ਇਸ ਕਰਕੇ ਮਾਡਰਨ ਡਿਜ਼ਾਈਨ ਦੇ ਆਲਾ ਦਰਜੇ ਦੇ ਡਿਜ਼ਾਈਨ ਬਣਾਉਣ ਦੇ ਵਿੱਚ ਮਾਹਰ ਨੇ। ਯੂਨਿਟ ਨੰਬਰ 14134787 ਐਵਨਿਊ ਤੇ ਇਹਨਾਂ ਦਾ ਸ਼ੋਰੂਮ ਹੈ। 6045037007 ਤੇ ਕਰ ਸਕਦੇ ਹੋ ਕਾਲ। ਅਮਰੀਕਾ ਵਾਲਿਆਂ ਲਈ ਸ਼ੋਰੂਮ ਅਮਰੀਕਾ ਵਿੱਚ ਹੈ 3705 ਅਵਰਨਵੇ, ਅਵਰਨ, ਵਾਸ਼ਿੰਗਟਨ ਸਟੇਟ 2532217007। ਉੱਥੇ ਦਾ ਟੈਲੀਫੋਨ ਨੰਬਰ ਹੈ, ਜਾਂ ਤੁਸੀਂ info@greatblindscanada.com ਦੇ ਉੱਤੇ ਵਿਜ਼ਿਟ ਵੀ ਕਰ ਸਕਦੇ ਹੋ। ਐਕਸੀਡੈਂਟ ਹੋਣ ਦੀ ਸੂਰਤ ਵਿੱਚ ਗੱਡੀ ਟੁੱਟ ਭੱਜ ਗਈ ਹੈ, ਫਿਕਰ ਕਰਨ ਦੀ ਜ਼ਰੂਰਤ ਨਹੀਂ। ਤੁਹਾਡੀ ਟੁੱਟੀ ਭੱਜੀ ਗੱਡੀ ਨੂੰ ਰਿਪੇਅਰ ਕਰਕੇ ਨਵਾਂ ਨਕੋਰ ਬਣਾ ਕੇ ਦੇਣਗੇ ਬਲੈਕ ਐਂਡ ਵਾਈਟ ਆਟੋ ਬੋਡੀ ਵਾਲੇ। ਬੈਸਟ ਕਸਟਮਰ ਸਰਵਿਸ ਦਿੰਦੇ ਨੇ, ਕੰਮ ਲਾਜਵਾਬ ਕਰਦੇ ਨੇ, ਪ੍ਰੋਫੈਸ਼ਨਲ ਨੇ, ਪੂਰੇ ਪਰਫੈਕਟ ਕਲਰ ਮੈਚਿੰਗ ਕਰਨ ਦੇ ਵਿੱਚ ਮਾਹਰ। ਬਲੈਕ ਐਂਡ ਵਾਈਟ ਆਟੋ ਬੋਡੀ ਵਾਲਿਆਂ ਦਾ ਕਹਿਣਾ ਕਿ ਕਲੇਮ ਤੁਹਾਡਾ ICBC ਦਾ ਜਾਂ ਪ੍ਰਾਈਵੇਟ ਕਲੇਮ ਦੇ ਅੰਤਰਗਤ ਆਪਣੀ ਟੁੱਟੀ ਭੱਜੀ ਗੱਡੀ ਦੀ ਰਿਪੇਅਰ ਕਰਵਾਉਣਾ ਚਾਹੁੰਦੇ ਹੋ, ਕੋਈ ਫੈਸਲਾ ਕਰਨ ਤੋਂ ਪਹਿਲਾਂ ਪੁਸ਼ਪਿੰਦਰ ਗੁਰਮਨ ਨੂੰ ਇੱਕ ਕਾਲ ਜ਼ਰੂਰ ਕਰੋ 6045030988 ਤੇ। ਯੂਨਿਟ ਨੰਬਰ 1620 7823 132 ਸਟਰੀਟ ਦੇ ਉੱਤੇ ਤੁਸੀਂ ਪਧਾਰ ਵੀ ਸਕਦੇ ਹੋ। ਇਸ ਦੇ ਨਾਲ ਦੱਸ ਦਈਏ ਕਿ ਲਾਹੌਰ ਵਰਗੇ ਸਵਾਦੂ ਖਾਣੇ ਦਾ ਆਨੰਦ ਮਾਣਾ ਤਾਂ ਟੇਸਟ ਆਫ ਲਾਹੌਰ 'ਤੇ ਜਾਣਾ ਬਣਦਾ ਹੈ। 96 ਤੇ 120 ਦੇ ਕੋਨੇ ਦੇ ਉੱਤੇ ਵੱਡੇ ਪਲਾਜ਼ੇ 'ਚ ਵੱਡੀ ਜਿਹੜੀ ਕੋਨੇ ਦੇ ਵਿੱਚ ਬਹੁਤ ਵੱਡਾ ਰੈਸਟੋਰੈਂਟ ਹੈ, 200 ਬੰਦੇ ਦੀ ਕੈਪੈਸਿਟੀ ਦਾ ਹਾਲ ਵੀ ਹੈ। ਔਰ ਖਾਣੇ ਲਾਹੌਰ ਵਰਗੇ ਟੇਸਟ ਦੇ ਆਰਡਰ ਕਰਨ ਲਈ ਟੈਲੀਫੋਨ ਨੰਬਰ ਹੈ 6044986555 ਦੇ ਉੱਤੇ। ਵੀਕਐਂਡ ਬਫੇ 11 ਤੋਂ ਲੈ ਕੇ 3 ਦੇ ਦੌਰਾਨ ਹੁੰਦਾ ਹੈ। ਚਨਾ ਮਸਾਲਾ, ਆਲੂ की सब्जी, गोट पाया, बीफ निहारी, सूजी का हलवा, नान ते पूरी चाह, सब कुछ ਦਾ ਆਨੰਦ ਮਾਣੋ ਜੀ। ਟੇਸਟ ਆਫ ਲਾਹੌਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਔਰ ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਚੱਲ ਰਹੀ ਹੈ ਕਿ ਖਰਾਤੀ ਸੰਸਥਾਵਾਂ ਦੇ ਵਿੱਚ ਬੋਰਡ ਆਫ ਡਾਇਰੈਕਟਰ ਦੇ ਵਿੱਚ ਦਾਗੀ ਲੋਕਾਂ ਦੇ ਬੈਠਣ ਦਾ ਕੀ ਕੰਮ। ਕਿਸੇ ਦੀ ਕਹੀ ਗੱਲ ਮੈਨੂੰ ਬੜੀ ਚੰਗੀ ਲੱਗਦੀ ਹੈ। ਉਹ ਪਿਛਲੇ ਸਾਲ 1.5 ਸਾਲ ਤੋਂ ਮੈਨੂੰ ਇਸ ਗੱਲ ਦਾ ਬਾਰ-ਬਾਰ ਜ਼ਿਕਰ ਕਰ ਰਹੇ ਨੇ। ਕਹਿੰਦੇ ਜਦੋਂ ਪਿਕਸ ਦੀ ਬੇੜੀ ਦੇ ਵਿੱਚ ਇਹੋ ਜਿਹੇ ਬੱਟੇ ਬੈਠੇ ਹੋਏ ਹੈ ਤਾਂ ਉਹਦਾ ਡੁੱਬਣਾ ਲਾਜ਼ਮੀ ਹੈ। ਇਹ ਦੇਖਣਾ ਵੀ ਕਿੰਨਾ ਕੁ ਡੁੱਬਦੀ ਹੈ ਔਰ ਕਦੋਂ ਡੁੱਬਦੀ ਹੈ। ਮੈਨੂੰ ਦੀ ਗੱਲ ਦੀ ਤੈਅ ਨਹੀਂ ਸੀ ਸਮਝ ਆਈ ਉਦੋਂ। ਫਿਰ ਪਿਛਲੇ ਕੁਝ ਦਿਨ ਪਹਿਲਾਂ ਜਦੋਂ ਮੈਨੂੰ ਮਿਲੇ ਤਾਂ ਮੈਨੂੰ ਕਹਿੰਦੇ ਬੀਬਾ ਆਹ ਕੈਂਪ ਵਾਰ ਵਰਗੇ ਬੱਟੇ ਜਿਹੜੇ ਨੇ ਨਾ, ਅਗਰ ਕਿ ਪਿਕਸ ਦੀ ਬੇੜੀ ਦੇ ਵਿੱਚ ਬੈਠੇ ਹੋਏ ਨੇ ਤਾਂ ਇਹ ਡੋਬਣ ਲਈ ਉਹ ਬੈਠੇ ਹੋਏ ਨੇ। ਦੇਖਣਾ ਇਹ ਹੈ ਕਿ ਹੁਣ ਸੰਬੰਧਿਤ ਫੈਸਲਾ ਕੁਨ ਜਿਹੜੇ ਲੋਕ ਨੇ ਉਹ ਕੀ ਕਰਦੇ ਆ। ਕਹਿੰਦੇ ਦਾਅਵੇ ਤਾਂ ਬੜੀ ਦੇਰ ਦੇ ਦਾਰੂ ਪੀ ਕੇ ਕੀਤੇ ਜਾ ਰਹੇ ਆ, ਤੁਹਾਨੂੰ ਹੁਣ ਪਤਾ ਲੱਗਿਆ। ਮੈਂ ਕਿਹਾ ਜੀ ਕਿਹੜੇ ਦਾਅਵੇ? ਲਓ ਜੀ ਪਿਕਸ ਦੇ ਬੋਰਡ 'ਤੇ ਬੈਠਿਆ, ਦੇਖੋ ਤੁਸੀਂ ਸਰਕਾਰੀ ਖਜ਼ਾਨਾ ਜਿਹੜਾ ਹੈ ਨਾ, ਤੁਸੀਂ ਦੇਖੋ ਅਸੀਂ ਕੀ ਕਰਦੇ ਹਾਂ ਉਹਦਾ। ਹੁਣ ਤਾਂ ਸਾਡਾ ਯਾਦ ਰਹੇ ਖਰਾਤੀ ਸੰਸਥਾਵਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਆਪਣਾ ਸਟੇਟਸ ਸਿੰਬਲ ਦੇ ਨਾਲ ਨਾਲ ਲੋਕਾਂ ਦਾ ਭਰੋਸਾ ਜਿੱਤਣ ਦਾ ਇੱਕ ਰੈਫਰੈਂਸ ਹੈ ਜਿਹੜਾ ਉਹਦੇ ਤੌਰ 'ਤੇ ਵਰਤ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਕ੍ਰਿਤੀਆਂ ਕਾਰਗੁਜ਼ਾਰੀਆਂ ਨੇ ਉਹ ਕਰਦੇ ਨੇ। ਮੈਨੂੰ ਲੇਡੀ ਦੀ ਗੱਲ ਨਹੀਂ ਭੁੱਲਦੀ ਆਸ਼ਾ ਨਾ, ਇਹ ਕਹਿੰਦੇ ਜੀ ਕਹਿੰਦੇ ਜਦੋਂ ਜੀ ਸਾਨੂੰ ਇਹਨਾਂ ਨੇ ਠੱਗੀ ਲਾਈ ਨਾ ਇਸ ਤਰ੍ਹਾਂ, ਸਾਨੂੰ ਇਹਨਾਂ ਦੇ ਪੁੱਟ ਅਸ ਥਰੂ ਹੈਲ, ਕਹਿੰਦੇ ਸਟ੍ਰੈਸ ਦੇ ਵਿੱਚ ਸਾਨੂੰ ਇੰਨੀ ਦੇਰ ਰਹੇ, ਅਸੀਂ ਕੁਛ ਪੁੱਛੋ ਨਾ। ਅਸੀਂ ਜਿੰਨੇ ਪੈਸੇ ਲਏ ਸੀ ਦੁੱਗਣੇ ਤਿੱਗਣੇ ਦੇ ਕੇ ਛੁੱਟੇ। ਔਰ ਸਾਨੂੰ ਜਦੋਂ ਪਤਾ ਲੱਗਿਆ, ਪਹਿਲਾਂ ਕਹਿੰਦੇ ਸਿਟੀ ਦੇ ਵਿੱਚ ਵੀ ਖੜਾ ਸੀ ਤੇ ਅਸੀਂ ਕਿਹਾ ਇਹੋ ਜਿਹੇ ਲੋਕ ਤਾਂ ਸਿਟੀ ਦੇ ਵਿੱਚ ਬਿਲਕੁਲ ਨਹੀਂ ਜਾਣੇ ਚਾਹੀਦੇ, ਇਹ ਤਾਂ ਸਾਡੇ ਸਿਟੀ ਹਾਲ ਨੂੰ ਤਬਾਹ ਕਰ ਦੇਣਗੇ, ਵੇਚ ਕੇ ਖਾ ਜਾਣਗੇ।
ਔਰ ਸਾਨੂੰ ਹੁਣ ਪਤਾ ਲੱਗਿਆ ਵੀ ਖਰਾਤੀ ਸੰਸਥਾ ਦੇ ਵਿੱਚ ਵੀ ਬੈਠੇ ਹੋਏ ਨੇ। ਸਿਟੀ ਦੇ ਵਿੱਚ ਤਾਂ ਕਹਿੰਦੇ ਹਜੇ ਨਿਗਾਹਖੋਰੀ ਕਰਨ ਵਾਲੇ ਹੋਰ ਬਥੇਰੇ ਨੇ, ਪਰ ਖਰਾਤੀ ਸੰਸਥਾ ਦੇ ਬੋਰਡ ਆਫ ਡਾਇਰੈਕਟਰ ਦੇ ਤੌਰ ਤੇ ਬੈਠਣ ਦੇ ਨਾਲ ਕਹਿੰਦੇ ਦਿਸ ਇਜ਼ ਵਾਟ ਹੀ ਡਿਡ ਵਿਦ ਅਸ। ਅਰੇ ਇੱਕ ਕੇਸ ਹੈ, ਉਸ ਦੇ ਨਸ਼ਰ ਹੁੰਦੇ ਹੀ ਇਸ ਤਰ੍ਹਾਂ ਦੀਆਂ ਘਤਿੱਤਬਾਜ਼ੀਆਂ ਜਿਹੜੀਆਂ ਰੀਅਲ ਅਸਟੇਟ ਦੀਆਂ, ਉਹਦੇ ਕਿੰਨੇ ਕੇਸਸ ਸਾਡੇ ਸਾਹਮਣੇ ਆਏ ਨੇ। ਸਾਡੇ ਨਾਲ ਵੀ ਆਹ ਕੀਤਾ ਜੀ, ਸਾਡੇ ਨਾਲ ਵੀ ਆਹ ਕੀਤਾ, ਇਹਦਾ ਤਾਂ ਕੰਮ ਹੀ ਇਹ ਆ। ਆਈ ਵਾਜ਼ ਸ਼ਾਕਡ ਕਿ ਕਿਸ ਪ੍ਰਕਾਰ ਸਿਰਫ ਔਰ ਸਿਰਫ ਆਪਣੀ ਖੁਦ ਦੀ ਮੁਨਾਫਾਖੋਰੀ ਜਾਂ ਆਪਣੀ ਜਿਹੜੀ ਖੁਦ ਦੀ ਵਰਥ ਵਧਾਉਣ ਦੇ ਲਈ ਕਿਸ ਤਰ੍ਹਾਂ ਦੀਆਂ ਕਤਾਈਆਂ ਤੇ ਕ੍ਰਿਤੀਆਂ ਕੀਤੀਆਂ ਜਾ ਰਹੀਆਂ ਨੇ, ਕਿਹੋ ਜਿਹੀਆਂ ਸੁਜੈਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਰੀਅਲ ਅਸਟੇਟ ਦੇ ਅਕੀਦੇ ਤੋਂ ਬਾਹਰ ਦੀਆਂ ਨੇ। ਉਹਦੇ ਵਿੱਚ ਵੀ ਉਹ ਗਲਤ ਮੰਨੀਆਂ ਜਾਂਦੀਆਂ ਨੇ, ਔਰ ਮੌਰਗੇਜ ਵਾਲੇ ਖੇਤਰ ਦੇ ਵਿੱਚ ਵੀ ਜਿਸ ਤਰ੍ਹਾਂ ਦੀਆਂ ਐਲੈਬੋਰੇਟ ਸਕੀਮਾਂ ਉਹਨਾਂ ਨੇ ਮੈਨੂੰ ਦੱਸੀਆਂ ਨਾ, ਕਹਿੰਦੇ ਆਪਣੇ ਆਪ ਨੂੰ ਮੌਰਗੇਜ ਅਪਰੂਵ ਕਰਾਉਣ ਲਈ ਇਸ ਤਰ੍ਹਾਂ ਦੀਆਂ ਸਕੀਮਾਂ ਵੀ ਵੇਚਦਾ ਹੈ ਤੇ ਆ ਵੀ ਸੁਜੈਸਟ ਕਰਦਾ। ਆਈ ਵਾਜ਼ ਸ਼ਾਕਡ। ਸਿਰਫ ਆਪਣੀ ਸੇਲ ਆ ਜਿਹੜੀ ਉਸ ਨੂੰ ਪੂਰੀ ਕਰਨ ਦੇ ਲਈ। ਔਰ ਇਸ ਖੇਤਰ ਦੇ ਵਿੱਚ ਹੋਰ ਵੀ ਕਈ ਸਾਰੇ ਨੇ ਜਿਹੜੇ ਕਤਾਈਆਂ ਕਰਕੇ ਆਪਣੀਆਂ ਫਟਾਫਟ ਵਰਥ ਵਧਾਉਂਦੇ ਗਏ ਹੈ, ਔਰ ਇਹ ਸਮਝੇ ਤੋਂ ਬਗੈਰ ਕਿ ਉਹ ਲੋਕ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਤੁਸੀਂ ਸੂਲੀ ਟੰਗ ਰਹੇ ਹੋ, ਆਖਰ ਦੇ ਆਰ ਦ ਵਨ ਹੂ ਆਰ ਔਨ ਦਾ ਹਕ। ਆਪਣੇ ਥੋੜ੍ਹੇ ਚਿਰੇ ਮੁਨਾਫੇ ਦੀ ਪ੍ਰਾਪਤੀ ਦੀ ਮਨਸ਼ਾ ਹਿੱਤ ਜਿਸ ਤਰ੍ਹਾਂ ਦੀਆਂ ਕਤਾਈਆਂ ਦੇ ਕੱਚੇ ਚਿੱਟੇ ਫੁੱਲ ਰਿਹਾ, ਮੈਂ ਹੈਰਾਨ ਆ ਕਿ ਕਿਸੇ ਵੀ ਵਿਅਕਤੀ ਦੀ ਇੰਨੀ ਜ਼ਿਆਦਾ ਕੌਨਸ਼ੀਅਸ ਮਰ ਸਕਦੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਭਰੋਸੇ ਦੇ ਵਿੱਚ ਲੈ ਕੇ ਉਹਨਾਂ ਨੂੰ ਤਬਾਹੀ ਦੇ ਰਾਹ ਤੇ ਤੋਰ ਦਿੱਤਾ। ਇਟਸ ਸੈਡ ਆਸ਼ਾਨਾ, ਕੁਝ ਕੁ $1000 ਦੇ ਆਪਣੇ ਕਮਿਸ਼ਨ ਦੇ ਲਈ ਤੁਸੀਂ ਕਿਸੇ ਵੀ ਵਿਅਕਤੀ ਦੇ ਸਿਰ ਦੇ ਉੱਤੇ ਇਸ ਤਰ੍ਹਾਂ ਦੀ ਲਾਇਬਿਲਟੀ ਥੋਪ ਦੇਵੋ ਤੇ ਆਪਣਾ ਅਗਲਾ ਹੀ ਡੱਬੂ ਕੰਧ ਤੇ ਆਪਣਾ ਜੇਬ 'ਚ ਪਾਏ ਤੇ ਤੁਰੇ। Yes, that is so true. Can't believe it. आजकल ये एक फैशन हो गया है दीदी. This is what it is. ज़्यादा People have fashion gone. है। People ਜਿਹੜੇ ਹੈਗੇ they have gone as far as कि किसी भी तरह के उनको मुफाद हो तो they want to cash it. और इस तरह के सस्पेंडेड रियल्टर अगर पिक्स के बोर्ड पर बैठा है तो हर किसी को आँख रखना चाहिए कि इसके नेक्स्ट कदम क्या है. What is his next step? What is he gonna try to do? How is he going to attack pigs? और पिग्स को सुरक्षित रखना everybody wants in the community including NDP government. और पिग्स को सही तरह से बचा कर रखना, इस तरह से सस्पेंडेड रियल्टर्स जब बोर्ड में बैठते हैं, आई शुड से कि इट्स गोना बी डिफ़िकल्ट, इट विल बी हार्ड, क्योंकि हर कोई हर वक्त तो निगाह नहीं रख सकते, लेकिन हाँ कब कहाँ क्या कर जाए हमें क्या पता था कि इसने इतने रियल एस्टेट में गफले किए हुए. वी डिडंट नो. जब सामने डॉक्यूमेंट्स आकर गिरे तभी पता चला. फिर दोस्त मित्र जो जिनके रियल एस्टेट डील्स में इन्होंने स्क्रू अप्स की है, फिर जब उनके हमें कॉल्स आने लगे, आई वाज शॉक्ड दैट लेडी वाज सो शी वाज सो इमोशनल. और जब हमें ये सारे कहानियाँ मिलना शुरू हुई है, दैट्स व्हेन वी फिगर्ड आउट कि और पता नहीं कितने घफले किए होंगे. और that's when we started getting calls from more and more people. So इससे पहले कैम पवार के चेहरे देखकर तो कोई नहीं अंदाज़ा लगा सकता था कि इसके अंदर इतने सारे लुटेरेपन के काम है. But once we started getting documents, when we started seeing things, that's when we came to know, oh अच्छा ये भी रियल एस्टेट बोर्ड में जाकर इस तरह के गफले कर चुकी है. सो ये बातें जानना कौम को बहुत ज़रूरी है. एंड पिक्स में इस तरह के बोर्ड ऑफ डायरेक्टर्स बैठना एक शर्म वाली बात है. शर्म की बात है कि पिक्स के बोर्ड ऑफ डायरेक्टर एक सस्पेंडेड रियल्टर बैठा हुआ है. एनडीपी सरकार से हमारी इल्तिजा है कि लुक इनटू दिस. अगर एनडीपी सरकार के कोई भी मिनिस्टर को या कोई भी एमएलएस को कोई भी डॉक्यूमेंट्स चाहिए तो ज़रूर बताइएगा. वी हैव ऑल द लिंक्स, वी हैव द डॉक्यूमेंट्स, पीडीएफ फाइल में भेज सकती हूँ. आई कैन ऑल्सो सेंड द लिंक टू यू. और इसके लिए आपने हमें फ़ोन करना है 604-449-3333 पर. विल गेट ऑल द डिटेल्स फॉर यू. और ये मत भूलिएगा कि ये रियल एस्टेट घफले है, और कितने घफले अपने यार बेलियों के साथ इधर उधर लोगों के साथ किए हुए हैं वो शायद अनगिनत होवे. वापस आते हैं कुछ व्यापारिक संदेशों के बाद.
ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਉਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th Avenue 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਮੀਟ ਦੀ ਵੈਰਾਈਟੀ ਹੋ ਸਕਦੀ ਹੈ ਪਰ ਇੱਕ ਹੀ ਥਾਂ ਤੇ ਜਾਣਾ ਗੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਗੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਜਾਓ 18 ਲੋਕੇਸ਼ਨਸ ਦੇ ਵਿੱਚ। ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਗੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਗੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ ਡੈਲਟਾ 6045990211 128 ਸਟਰੀਟ ਐਂਡ 96 ਐਵਨਿਊ 6045811900 1539 ਜੌਨਸਨ ਰੋਡ ਵਾਈਟ ਰੌਕ ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ, ਤੁਸੀਂ ਵੀ ਹੋ ਜਾਓ ਚਿੰਤਾ ਮੁਕਤ ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ੍ਹ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 604-572-5553 ਡਾਇਰੈਕਟ ਫਰਨੀਚਰ। ਰੋਜ਼ਾਨਾ ਖਬਰਾਂ ਵਿੱਚ ਅਸੌਲਟ, ਸੈਕਸ਼ੂਅਲ ਅਸੌਲਟ, ਥੈਫਟ, ਡਰਾਈਵਿੰਗ ਆਫੈਂਸਸ ਤੇ ਹੋਰ ਬੜੇ ਕ੍ਰਿਮੀਨਲ ਐਕਟੀਵਿਟੀਜ਼ ਬਾਰੇ ਸੁਣਦੇ ਹਾਂ। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। ਅਗਰ ਤੁਸੀਂ ਵੀ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰ ਰਹੇ ਹੋ ਤਾਂ ਨੌਜਵਾਨ ਵਕੀਲ ਜੋ 4 ਪ੍ਰੋਵਿੰਸ BC, ਅਲਬਰਟਾ, ਮੈਨੀਟੋਬਾ, ਓਨਟਾਰੀਓ ਵਿੱਚ ਗੁੰਝਲਦਾਰ ਕੇਸਸ ਜਿੱਤੇ ਹਨ, ਕ੍ਰਿਮੀਨਲ ਲਾਇਰ ਗਗਨ ਨਾਹਲ। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604-527-4769 6625-152 A Street, Surrey। For all criminal charges, call Gagan Nahal 604-527-4769. ਮੀਡੀਆ ਵੇਵਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਪਿਕਸ ਦੇ ਬੋਰਡ ਆਫ ਡਾਇਰੈਕਟਰ ਕੈਂਪ ਪਵਾਰ ਦੇ ਸੰਬੰਧ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਸਾਡੇ ਤੱਕ ਪਹੁੰਚੀਆਂ ਨੇ ਜਾਂ ਪਹੁੰਚ ਰਹੀਆਂ ਨੇ ਔਰ ਪਹੁੰਚਣ ਤੋਂ ਉਪਰੰਤ ਕੁਝ ਨੂੰ ਅਸੀਂ ਰੀਐਵੈਲੂਏਟ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਨਾਲ ਦੀ ਨਾਲ ਕਈ ਦਫਾ ਤਾਂ ਕੁਝ ਗੱਲਾਂ ਦੀਆਂ ਜਿਹੜੀਆਂ ਪਤਾ ਲੱਗਦੀਆਂ ਉਹਨਾਂ 'ਤੇ ਝਟਕਾ ਵੀ ਆਪਣੇ ਆਪ ਨੂੰ ਵੀ ਬੜਾ ਲੱਗਦਾ ਕਿ ਵਾਟ ਇਜ਼ ਇਟ ਹੈ, ਹੋ ਕੀ ਰਿਹਾ। ਇਹ ਇੰਨਾ ਜ਼ਿਆਦਾ ਬੁਰੀ ਹਾਲਤ ਹੈ ਜਿਹੜੀ ਉੱਥੇ ਤੱਕ ਪਹੁੰਚ ਗਈ ਅਤੇ ਬਹੁਤ ਸਾਰੇ ਲੋਕ ਨੇ ਹਜੇ ਉਹਨਾਂ ਨੂੰ ਇਸ ਬਾਰੇ ਬਿਲਕੁਲ ਹੀ ਪਤਾ ਹੈ ਨਹੀਂ। ਸਾਡੀ ਤਰ੍ਹਾਂ ਹੋਰ ਵੀ ਬੜੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੋਣਾ ਔਰ ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਇਹ ਇੱਕ ਸੁਭਾਅ ਵੀ ਹੈ ਆਸ਼ਨ, ਅਸੀਂ ਬੈਨੀਫਿਟ ਆਫ ਦਾ ਡਾਊਟ ਦਿੰਦੇ ਹਾਂ ਹਮੇਸ਼ਾ, ਕਹਿੰਦੇ ਵੀ ਨਹੀਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਥੋੜ੍ਹੀ ਕਰ ਲਏਗਾ। ਔਰ ਖਾਸ ਤੌਰ ਦੇ ਉੱਤੇ ਉਸ ਪਿਛੋਕੜ ਦੇ ਨਾਲ ਅਸੀਂ ਸੰਬੰਧਿਤ ਆ ਜਿੱਥੇ ਕਿਹਾ ਜਾਂਦਾ ਹੈ ਕਿ ਧਾਨ ਦਾ ਜਿਹੜਾ ਇੱਕ ਦਾਣਾ ਹੈ ਜਿਹੜਾ ਨਾ ਧਾਨ ਦਾ ਉਹ ਵੀ ਆਸ਼ਨ ਨਾ ਕਹਿੰਦੇ ਗਲਤ ਹੈ, ਉਹ ਤੁਹਾਨੂੰ ਜੜ੍ਹਾਂ 'ਚ ਬਹਿ ਜਾਂਦਾ। ਮੈਨੂੰ ਬਜ਼ੁਰਗਾਂ ਦੀ ਗੱਲ ਯਾਦ ਆ, ਕਹਿੰਦੇ ਧਾਨ ਲਈ ਦਿੱਤਾ ਹੋਇਆ ਜਾਂ ਧਾਨ ਦਾਣਾ ਵੀ ਕਹਿੰਦੇ ਜੜ੍ਹਾਂ 'ਚ ਬਹਿ ਜਾਂਦਾ। ਫਿਰ ਮੇਰਾ ਸਵਾਲ ਹੋਰ ਸੀਗਾ ਉਹਨਾਂ ਨੂੰ ਕਿ ਧਾਰਮਿਕ ਥਾਵਾਂ ਦੇ ਉੱਤੇ ਤਾਂ ਜਿਹੜਾ ਦਿੱਤਾ ਹੋਇਆ ਦਾਣਾ ਉਹਦਾ ਤਾਂ ਲੰਗਰ ਬਣਾ ਕੇ ਖਾਂਦੇ ਆ, ਹਾਊ ਇਜ਼ ਦੈਟ ਪੋਸੀਬਲ। ਉਹਨਾਂ ਨੇ ਫਿਰ ਮੈਨੂੰ ਸਮਝਾਇਆ, ਬੜਾ ਚਿਰ ਪਹਿਲਾਂ ਮੈਂ ਇਸ ਉਹਨਾਂ ਨੂੰ ਸਵਾਲ ਕੀਤਾ ਸੀ ਜੀ। ਮੈਨੂੰ ਕਹਿੰਦੇ ਜਿਹੜੀ ਚੀਜ਼ ਕਿਸੇ ਵੀ ਧਾਰਮਿਕ ਆਸਥਾ ਦੇ ਨਿਮਿਤ ਹੋ ਗਈ ਬੀਬਾ, ਕਹਿੰਦੇ ਤੁਹਾਡੀ ਨਹੀਂ ਰਹਿ ਜਾਂਦੀ, ਉਹ ਕਿਸੇ ਦੀ ਨਹੀਂ ਰਹਿ ਜਾਂਦੀ। ਠੀਕ ਜਿਸ ਤਰ੍ਹਾਂ ਤੁਸੀਂ ਜਦੋਂ ਕੋਈ ਵੀ ਧਨ ਤੁਸੀਂ ਗੁਲਕ ਦੇ ਵਿੱਚ ਪਾਉਂਦੇ ਹੋ, ਜਾਂ ਮੈਨੂੰ ਉਦਾਹਰਨ ਉਹਨਾਂ ਨੇ ਇਹ ਵੀ ਦਿੱਤੀ ਤੁਹਾਡੇ ਮੁਲਕ ਦੇ ਵਿੱਚ, ਕਹਿੰਦੇ ਜਦੋਂ ਟੈਕਸ ਦਿੰਦੇ ਹੋ ਤੁਸੀਂ, ਟੈਕਸ ਵਾਲਾ ਪੈਸਾ ਦੇਣ ਤੋਂ ਉਪਰੰਤ ਕਹਿੰਦੇ ਉਹ ਜਿਹੜਾ ਟੈਕਸ ਦਾ ਪੈਸਾ ਉਹ ਸਾਂਝੇ ਕੰਮਾਂ ਦੇ ਉੱਤੇ ਲੱਗਦਾ, ਚਾਹੇ ਉਹ ਤੁਹਾਡੀ ਸੁਰੱਖਿਆ ਹੋਵੇ ਅਤੇ ਚਾਹੇ ਤੁਹਾਡਾ ਕਹਿੰਦੇ ਹਸਪਤਾਲਾਂ ਤੱਕ ਦਾ ਹੋਵੇ, ਦਾਰੂ ਮਦਾਰ, ਠੀਕ ਉਸੇ ਤਰੀਕੇ ਦੇ ਨਾਲ ਕਹਿੰਦੇ। ਪਰ ਨਿੱਜੀ ਤੌਰ ਦੇ ਵਿੱਚ ਉਸਦੀ ਸਾਂਭੋ ਸੰਭਾਲ ਕਰਨ ਵਾਲਾ ਉਸ ਦੀ ਦੁਰਵਰਤੋਂ ਕਰੇ ਜਾਂ ਆਪਣੀ ਨਿੱਜੀ ਵਰਤੋਂ ਕਰੇ,
ਕਹਿੰਦੇ ਉਸ ਤੋਂ ਵੱਡਾ ਤਬਾਹੀ ਦਾ ਸਬੱਬ ਕੋਈ ਨਹੀਂ ਬਣਦਾ। ਫਿਰ ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ। ਫਿਰ ਮੈਨੂੰ ਪੁਰਾਣੀਆਂ ਗੱਲਾਂ 2-3 ਯਾਦ ਆਈਆਂ ਜੀ। ਖਾਸ ਤੌਰ 'ਤੇ ਉਹ ਬਜ਼ੁਰਗ ਜਿਨ੍ਹਾਂ ਨੇ ਮੈਨੂੰ 6ਵੀਂ ਕਲਾਸ ਤੱਕ ਗੁਰੂ ਗ੍ਰੰਥ ਸਾਹਿਬ ਪੜ੍ਹਾਤਾ ਸੀਗਾ ਹਾਂਜੀ। ਸਹੀ ਉਚਾਰਨ ਦੇ ਨਾਲ। ਉਹ ਕਹਿੰਦੇ ਹੁੰਦੇ ਸੀ ਹਮੇਸ਼ਾ, ਕਹਿੰਦੇ ਬੇਟਾ ਕਿਸੇ ਦੀ ਚੀਜ਼ ਦੇ ਉੱਤੇ ਨਿਗਾਹ ਰੱਖਣ ਵਾਲਾ ਤੇ ਧਾਨ ਦੀ ਕੁਛ ਵੀ ਦਾਣਾ ਵੀ ਨਿਕਲਣ ਵਾਲੇ ਨੂੰ ਕਹਿੰਦੇ ਕੋਹੜ ਪੈਂਦਾ ਹੁੰਦਾ। ਬਿਲਕੁਲ। ਜ਼ਹਿਨੀ ਤੌਰ ਤੇ ਕੋਹੜ ਪੈ ਜਾਵੇ ਚਾਹੇ ਸਰੀਰਕ ਤੌਰ ਤੇ ਪੈ ਜਾਵੇ। ਤੇ ਆ ਜਿਹੜੀਆਂ ਕਾਰਗੁਜ਼ਾਰੀਆਂ ਦੇਖਦੀਆਂ ਮੈਂ ਨਾ ਵੀ ਸਰੀਰਕ ਤੌਰ ਤੇ ਤਾਂ ਨਹੀਂ ਮੈਨੂੰ ਪਤਾ, ਪਰ ਜ਼ਹਿਨੀ ਤੌਰ ਦੇ ਉੱਤੇ ਕੋਹੜੀ ਹੈ ਕਿ ਤੁਸੀਂ ਕੋਈ ਵੀ ਗੈਰਤਮੰਦ ਜਿਹੜਾ ਵਿਅਕਤੀ ਹੈ ਉਹ ਕਿਸੇ ਲਈ ਦਿੱਤੀ ਹੋਈ ਜਿਹੜੀ ਮਦਦ ਹੈ ਉਹਦਾ ਆਪਣੀ ਨਿੱਜੀ ਲੋੜ ਦੇ ਲਈ ਵਰਤਾਵ ਨਹੀਂ ਕਰੇਗਾ। ਇਹ ਠੀਕ ਉਸੇ ਤਰੀਕੇ ਨਾਲ ਵੀ ਸੜਕ ਦੇ ਉੱਤੇ ਬੈਠੇ ਫਕੀਰ ਦੇ ਜਿਹੜਾ ਠੁੱਲਾ ਹੈ ਨਾ ਉਹਦੇ ਤੋਂ ਚੁੱਕ ਕੇ ਆਪਣੀ ਸ਼ੌਕ ਪੂਰੇ ਕਰ ਲੈਣੇ, ਨਸ਼ਾਖੋਰੀ ਪੂਰੀ ਕਰ ਲੈਣੀ। ਦੈਟਸ ਵਾਟ ਇਟ ਇਜ਼। ਔਰ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਨੇ ਕਹਿੰਦੇ ਉਹਨਾਂ ਦਾ ਮਾਨਸਿਕ ਪੱਧਰ ਤੇ ਸਮਾਜ ਦੇ ਪ੍ਰਤੀ ਹੋਰ ਜੋ ਮਰਜ਼ੀ ਹੋਵੇ ਜ਼ਿੰਮੇਵਾਰ ਸੋਚ ਨਹੀਂ ਹੋ ਸਕਦੀ। ਜਿਹੜੇ ਵਿਅਕਤੀ ਦੀ ਜ਼ਿੰਮੇਵਾਰ ਸੋਚ ਹੋਏਗੀ ਉਹ ਆਪਣੇ ਨਾਲ ਆਪਣੀ ਜ਼ਿੰਮੇਵਾਰੀ ਦੇ ਨਾਲ ਨਾਲ ਸਮਾਜ ਦੀ ਜ਼ਿੰਮੇਵਾਰੀ ਵੀ ਚੱਕਦਾ। ਫਿਰ ਮੈਂ ਉਸ ਫਾਰਮੂਲੇ ਨੂੰ ਕਿੰਨੇ ਲੋਕਾਂ ਦੇ ਬਿਹਾਰ ਦੇ ਉੱਤੇ ਐਨਾਲਾਈਜ਼ ਕੀਤਾ ਵੀ ਗੱਲ ਬਜ਼ੁਰਗਾਂ ਦੀ ਹੈ ਛੋਟੀ ਸੀ ਪਰ ਹੈ ਬੜੀ ਡੂੰਘੀ ਹੈ ਕਿ ਕੋਈ ਵੀ ਵਿਅਕਤੀ ਮਾਨਸਿਕ ਤੇ ਸਰੀਰਕ ਤੌਰ ਦੇ ਉੱਤੇ ਬੈਂਕਰਪਟ ਹੋਏਗਾ ਜਿਹੜਾ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਕਰੇਗਾ ਜਾਂ ਤਾਂ ਕਤਾਈਆਂ ਕਰੇਗਾ। ਐਂਡ ਇਸ ਤਰ੍ਹਾਂ ਦੀ ਸੰਸਥਾ ਜਿਹੜੀ ਕਿ 40 ਸਾਲਾਂ ਦੇ ਵਿੱਚ ਸਾਰਿਆਂ ਨੇ ਮਿਹਨਤ ਕਰਕੇ 40-45 ਸਾਲਾਂ ਦੇ ਵਿੱਚ ਸੰਸਥਾ ਨੂੰ ਇੱਥੇ ਤੱਕ ਲਿਆਂਦਾ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਚੋਰਾਂ ਦੇ ਹੱਥ ਕੁੰਜੀਆਂ ਆ ਗਈਆਂ। ਸ਼ਨਾ ਚੋਰਾਂ ਦੇ ਹੱਥ ਕੁੰਜੀਆਂ ਆ ਗਈਆਂ ਔਰ ਉਹਨਾਂ ਦੇ ਲਾਲਚ ਵਸ ਇਹ ਸਾਰਾ ਕੁਝ ਕੀਤਾ ਜਾ ਰਿਹਾ। ਕਿਉਂਕਿ ਕੋਈ ਵੀ ਖਰਾਤੀ ਸੰਸਥਾ ਹੋਵੇ ਅਗਰ ਉਹਦੇ ਵਿੱਚੋਂ ਭਾਵਨਾ ਗਾਇਬ ਹੋ ਜਾਵੇ, ਉਹ 'ਚੋਂ ਸੇਵਾ ਭਾਵਨਾ ਗਾਇਬ ਹੋ ਜਾਵੇ ਤਾਂ ਉਹ ਇੱਕ ਬਿਜ਼ਨਸ ਦਾ ਕੀ ਕਹਿੰਦੇ ਨੇ ਬਣ ਜਾਂਦਾ ਫਾਰਮੂਲਾ। ਇਸ ਤੋਂ ਵੱਧ ਕੁਝ ਵੀ ਨਹੀਂ, ਇਸ ਤੋਂ ਵੱਧ ਕੁਝ ਨਹੀਂ। ਕੁਝ ਸਮਾਂ ਪਹਿਲਾਂ ਮੈਂ ਇਸ ਗੱਲ ਦਾ ਵੀ ਤੁਹਾਡੇ ਨਾਲ ਦਹਾਕਾ ਡੇਢ ਕੁ ਦਹਾਕਾ ਪਹਿਲਾਂ ਇਹ ਕੰਸਰਨ ਮੇਰੇ ਜ਼ਹਿਨ ਦੇ ਵਿੱਚ ਜਾਗਿਆ ਸੀ ਕਿ ਕਿਸ ਪ੍ਰਕਾਰ ਜਿਹੜੀਆਂ ਤੁਹਾਡੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਇੱਕ ਆਰਗੇਨਾਈਜੇਸ਼ਨ ਦੇ ਤੌਰ ਤੇ ਚਲਾਇਆ ਜਾ ਰਿਹਾ। ਇਹਦੇ 'ਚ ਧਾਰਮਿਕ ਜਿਹੜੀ ਸੋਚ ਸ਼ਰਧਾ ਜਿਹੜੀ ਆ ਸਦਭਾਵਨਾ ਜਿਹੜੀ ਆ ਉਹ ਮਨਫੀ ਹੋ ਰਹੀ ਹੈ। ਵਾਟ ਇਜ਼ ਗੋਇੰਗ ਔਨ? ਦੇਅਰ ਕਮਸ ਦਾ ਆਰਗੇਨਾਈਜ਼ਡ ਰਿਲੀਜਨ। ਕੀ ਖਰਾਤੀ ਸੰਸਥਾ ਨੂੰ ਸਿਰਫ ਇੱਕ ਆਰਗੇਨਾਈਜੇਸ਼ਨ ਦੇ ਤੌਰ ਤੇ ਚਲਾਇਆ ਜਾ ਰਿਹਾ ਹੈ? ਫਿਰ ਉਹ ਖਰਾਤੀ ਸੰਸਥਾ ਨਹੀਂ ਹੋ ਸਕਦੀ। ਫਿਰ ਤਾਂ ਲਾਭ ਤੇ ਹਾਨੀ ਤੇ ਸਰਵਾਈਵਿੰਗ ਆ ਜਿਹੜੀ ਉਸ ਦੇ ਆਧਾਰ ਦੇ ਉੱਤੇ ਚੱਲਦੀ ਆ। ਫਿਰ ਉਹਨਾਂ ਨੂੰ ਖਰਾਤੀ ਸੰਸਥਾ ਕਾਹਦੇ ਲਈ ਰੱਖਣਾ? ਖਰਾਤੀ ਸੰਸਥਾ ਕਹਿ ਕੇ ਉਹਦੇ 'ਚ ਧਾਨ ਲੋਕਾਂ ਤੋਂ ਦਾਨ ਦਕਸ਼ਣੀ ਕਾਹਦੇ ਲਈ ਲੈਣੀ? ਔਰ ਤੁਸੀਂ ਹੋਰ ਦੇਖੋ ਇਹੀ ਜਿਹੀਆਂ ਸੰਸਥਾਵਾਂ ਨੇ ਜਿਹੜੇ ਇਹ ਸਾਰਾ ਸੁੱਖ ਨਾਲ ਨਾ ਦਾਰੂਮਦਾਰ ਆਪਣੇ ਆਪ ਨੂੰ ਸਮਝਾਉਂਦੇ ਆ ਵੱਡੇ ਵਪਾਰੀ ਬੜੇ ਆ, 4 ਦਿਨ ਦੀਆਂ ਰੱਜੇ ਹੋਏ ਪਿੰਡ ਜਾਣਨ ਲੱਗੇ ਹੋਏ ਆ। ਇਹ ਕੀ ਕਹਿੰਦੇ ਜੀ ਤੁਸੀਂ ਜੀ ਚੈੱਕ ਲਿਖੋ ਟੈਕਸ ਡਿਡਕਟੇਬਲ ਹੈ। ਵਾਓ, ਉਹਨਾਂ ਨੂੰ ਤਾਂ ਤੁਸੀਂ ਇਨਸੈਂਟਿਵ ਦੇ ਰਹੇ ਹੋ ਵੀ ਤੁਹਾਡਾ ਟੈਕਸ ਡਿਡਕਟੇਬਲ ਆ। ਇਹਦਾ ਮਤਲਬ ਤੁਸੀਂ ਦੱਸ ਰਹੇ ਹੋ ਕਿ ਤੁਹਾਡਾ ਦਿੱਤਾ ਹੋਇਆ ਧਨ ਤੁਸੀਂ ਤਾਂ ਸਰਕਾਰੀ ਖਜ਼ਾਨੇ ਨੂੰ ਖੋਹ ਲਾ ਸਕਦੇ ਹੋ, ਤੁਹਾਨੂੰ ਟੈਕਸ ਨਹੀਂ ਭਰਨਾ ਪਏਗਾ। ਹੁਣ ਇਸ ਤੇ ਅਸੀਂ ਆਪਣੇ ਕੀ ਕਹਿੰਦੇ ਨੇ ਬਿੱਲੇ ਵਰਗੀਆਂ ਮੁੱਛਾਂ ਮਰੋੜਾਂਗੇ। ਸਰਕਾਰੀ ਟੈਕਸ ਹੈ ਜਿਹੜਾ ਉਹਦੇ ਖਜ਼ਾਨੇ ਨੂੰ ਖੋਫਾ ਲਾ ਰਹੇ ਨੇ। ਡਸ ਦੈਟ ਮੇਕ ਐਨੀ ਸੈਂਸ? ਮੈਂ ਤਾਂ ਕੋਡ ਆਫ ਕੰਡਕਟ ਤੇ ਕੋਡ ਆਫ ਐਥਿਕਸ ਦੀਆਂ ਧੱਜੀਆਂ ਉੜਦੀਆਂ। ਇਸ ਤੋਂ ਉੱਤੇ ਹੁਣ ਤੁਸੀਂ ਕੀ ਦੇਖੋਗੇ ਕਿ ਕਿਸੇ ਤੋਂ ਤੁਸੀਂ ਦਾਨ ਦਕਸ਼ਣਾ ਲੈ ਰਹੇ ਹੋ, ਤੁਸੀਂ ਉਹਨਾਂ ਨੂੰ ਕਹਿੰਦੇ ਟੈਕਸ ਡਿਡਕਟੇਬਲ ਹੈ ਜੀ, ਤੁਹਾਨੂੰ ਟੈਕਸ ਦੇ ਵਿੱਚ ਛੋਟ ਮਿਲੇਗੀ। ਇਹਦਾ ਮਤਲਬ ਸਰਕਾਰੀ ਖਜ਼ਾਨੇ ਨੂੰ ਅਸੀਂ ਖੋਹ ਲਾ ਰਹੇ ਹਾਂ। ਇਹ ਲਾਲਚ ਦੇ ਰਹੇ ਹਾਂ ਵਪਾਰੀ ਨੂੰ। ਜਦੋਂ ਕਿ ਖਰਾਤੀ ਸੰਸਥਾ ਜਾਂ ਸਰਵਜਨਕ ਸੰਸਥਾਵਾਂ ਜਿਹੜੀਆਂ ਹੁਣ ਉਹਨਾਂ ਦਾ ਧੁਰਾ ਹੁੰਦਾ ਹੈ ਸਮਾਜ ਸੇਵਾ ਦੇ ਪ੍ਰਤੀ ਸਦਭਾਵਨਾ ਵਾਲੀ ਭਾਵਨਾ ਪ੍ਰਮੁੱਖ ਤੌਰ ਤੇ ਹੋਣੀ ਚਾਹੀਦੀ ਹੈ। ਕੋਈ ਸ਼ੱਕ ਨਹੀਂ। ਤਾਂ ਹੀ ਤਾਂ ਇਹਨਾਂ ਦੇ ਸਾਰੇ ਜਿਹੜੇ ਅਯਾਸ਼ ਪ੍ਰਸਤ ਜਿਹੜੇ ਨੇ ਬਹੁਤੇ ਜ਼ਿਆਦਾ ਬੋਰਡ ਆਫ ਡਾਇਰੈਕਟਰ ਬਣੇ ਫਿਰਦੇ ਨੇ। ਇਹਨਾਂ ਨੇ ਲੋਕਾਂ ਦੇ ਸਤਿਕਾਰ ਤੇ ਸਮਝ ਦੇ ਨਾਲ ਨਾਲ ਸਹਾਇਤਾ ਕਰਨ ਵਾਲੇ ਕੀ ਕੰਮ ਕਰਨੇ ਆ? ਇਹ ਤਾਂ ਸਕੀਮਾਂ ਲਾਉਣਗੇ ਵੀ ਹਾਂਜੀ ਪੈਸੇ ਲੋਕਾਂ ਨੂੰ ਕਿਵੇਂ ਕਹਿਣਾ, ਇਸ ਪਾਰਟੀ ਨੂੰ ਕਿਵੇਂ ਕਹਿਣਾ ਵੀ ਤੇਰੇ ਪੈਸੇ ਤੂੰ ਟੈਕਸ ਡਿਡਕਟੇਬਲ ਕਰ ਲਾ, ਤੂੰ ਆਪਣੇ ਟੈਕਸ ਬਚਾ ਲੇਗਾ। ਅਤੇ ਉਹਨਾਂ ਨੂੰ ਕਹਿਣਾ ਵੀ ਹਾਂ ਤੁਹਾਨੂੰ ਇੰਨੇ ਦੇ ਵਿੱਚੋਂ ਮੇਰੀ ਪੱਤੀ ਚਾਹੀਦੀ ਆ, ਅਤੇ ਆਪ ਬੈਠ ਕੇ ਜੀ ਬਸ ਗੁਰਛੜੇ ਉਡਾਉਣੇ ਆ।
ਕੀ ਸਾਡੀਆਂ ਇਹ ਜਿਹੜੀਆਂ ਸੰਸਥਾਵਾਂ ਨੇ ਇਹ ਇਸ ਤਰ੍ਹਾਂ ਦੀਆਂ ਚਲਾਕੀਆਂ ਕਰਨ ਵਾਲਿਆਂ ਦਾ ਅੱਡਾ ਬਣਾ ਦਿੱਤਾ ਤੁਸੀਂ? ਇਹ ਸਮਾਜ ਦੇ ਨਿਘਾਰ ਵੱਲ ਨੂੰ ਲੈ ਕੇ ਜਾਂਦੀਆਂ ਨੇ, ਕਿਉਂਕਿ ਸਮਾਜ ਦੇ ਵਿੱਚੋਂ ਜਦੋਂ ਸਦਾਚਾਰ, ਸਹੀ ਤੇ ਗਲਤ ਦੀ ਲਕੀਰ ਹੈ ਜਿਹੜੀ, ਉਹਦੇ ਆਰ ਪਾਰ ਨਾਚ ਹੋਣਾ ਸ਼ੁਰੂ ਹੋ ਜਾਏ ਇਹੋ ਜਿਹੇ ਲੋਕਾਂ ਦਾ ਕਿ ਜਦੋਂ ਉਹਨਾਂ ਨੇ ਵਰਤਣੀ ਆ ਸਹੀ ਦੀ ਤਾਂ ਲਾਈਨ ਦੇ ਇੱਧਰ ਛੜੱਪਾ ਮਾਰ ਕੇ ਬਹਿ ਜਾਓ, ਜਦੋਂ ਲੋੜ ਹੋਵੇ ਤਾਂ ਛੜੱਪਾ ਮਾਰ ਕੇ ਉੱਧਰ ਬਹਿ ਜਾਓ। ਇਹੋ ਜਿਹੇ ਘਾਤਕ ਹੀ ਸਿੱਧ ਹੁੰਦੇ ਆ। ਇਟਸ ਅਨਫੋਰਚੂਨੇਟ ਕਿ ਪਿਕਸ ਦੇ ਉੱਤੇ ਜ਼ਿਆਦਾਤਰ ਕਬਜ਼ਾ ਇਹੋ ਜਿਹਾ ਦਾ ਹੋ ਗਿਆ ਐਂਡ ਦੇਰ ਇਜ਼ ਅ ਜਸਟੀਫਿਕੇਸ਼ਨ। ਔਰ ਜਸਟੀਫਿਕੇਸ਼ਨ ਕੀ ਹੋਣੀ ਆ? ਜਿਨ੍ਹਾਂ ਨੇ ਸਵੇਰ ਤੋਂ ਸ਼ਾਮ ਤੱਕ ਸਕੀਮਾਂ ਇਹ ਕਰ ਬਣਾਉਣੀਆਂ ਨੇ ਤੇ ਨਾਲ ਦੀ ਨਾਲ ਲੋਕਾਂ ਨੂੰ ਸਿਖਾਉਣੀਆਂ ਨੇ, ਕਰਮਚਾਰੀਆਂ ਨੂੰ ਵੀ ਉੱਥੇ ਇੱਕ ਫੌਜ ਤਿਆਰ ਕਰਨੀ ਆ ਕਿ ਹਾਂ ਤੁਸੀਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਬਣਾਓ ਤਾਂ ਕਿ ਸਰਕਾਰ ਸਾਨੂੰ ਜਵਾਬ ਹੀ ਨਾ ਦੇ ਸਕੇ। ਤੁਹਾਨੂੰ ਰਿਪੋਰਟ ਬਣਾਉਣੀ ਕਿਉਂ ਪਵੇ? ਤੁਸੀਂ ਉਸ ਤਰ੍ਹਾਂ ਦੀਆਂ ਸੇਵਾਵਾਂ ਦਵੋ। ਐਵੇਂ ਨਹੀਂ ਖਰਾਤੀ ਸੰਸਥਾਵਾਂ ਦੇ ਆਪਾਂ ਕਹਿੰਦੇ ਸੀ ਨਾ ਵੀ ਜਿਹੜਾ ਮੈਨੇਜਮੈਂਟ ਆ ਉਹਦੇ 'ਚ ਇੱਕ ਵਾਰੀ ਬਹੁਤ ਰੌਲਾ ਪਿਆ ਸੀ, 70 ਤੋਂ 90% ਜਿਹੜਾ ਤਾਂ ਇਕੱਠਾ ਕੀਤਾ ਹੋਇਆ ਧਨ ਹੈ ਉਹ ਸਾਰੀ ਮੈਨੇਜਮੈਂਟ ਦੇ ਉੱਤੇ ਲੱਗ ਜਾਂਦਾ ਸੀ। ਬੜੀਆਂ ਬੜੀਆਂ ਨਾਮੀ ਸੰਸਥਾਵਾਂ ਨੂੰ ਇਸ ਗੱਲ ਦੀ ਨਮੋਸ਼ੀ ਝੱਲਣੀ ਪਈ, ਡਿਕਲੇਅਰ ਕਰਨਾ ਪਿਆ। ਹੁਣ ਕੋਈ ਵੀ ਸੰਸਥਾ ਜਿਹੜੀਆਂ ਨੇ ਉਹ ਦੱਸਦੇ ਆ ਵੀ ਹਾਂ ਕਿੰਨੇ % ਆ ਜਿਹੜਾ ਸਾਡਾ ਖਰਚਾ ਜਿਹੜਾ ਨਾ ਪੈਸੇ ਇਕੱਠੇ ਕਰਨ 'ਤੇ ਲੱਗਦਾ। ਹਾਂ, ਇਹ ਪਿਕਸ ਦਾ ਹੀ ਅਸੀਂ ਦੇਖਿਆ ਵੀ ਸਿੱਧੇ ਹੀ ਪੈਸੇ ਜੀ ਸਿੱਧੇ ਹੀ ਜਾਂਦੇ ਆ ਆਪਣੇ ਕੀ ਕਹਿੰਦੇ ਫਾਈਨੈਂਸ ਦੇ ਹੈੱਡ ਦੇ ਅਕਾਊਂਟ ਦੇ ਵਿੱਚ। ਇਹ ਦੇਖੋ, ਦਿਸ ਇਜ਼ ਵਾਟ ਹੈਪਨਸ। ਜਦੋਂ ਤੁਸੀਂ ਉਦਾਹਰਨਾਂ ਉਹਨਾਂ ਦੀਆਂ ਦਵੋ ਜਿੱਥੇ ਥੋੜੀਆਂ ਚੋਰੀਆਂ ਨੇ ਤਾਂ ਫਿਰ ਇਹ ਆਪਣੇ ਆਪ ਦੇ ਵਿੱਚ ਮੰਨ ਲੈਂਦੇ ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ। ਸੋ ਪਿਕਸ ਦੀ ਬੇੜੀ ਦੇ ਵਿੱਚ ਬੱਟੇ ਪੈ ਚੁੱਕੇ ਆ, ਆ ਕੈਂਪ ਵਾਰ ਵਰਗੇ ਬੱਟੇ ਹੀ ਨੇ। ਅਰੇ ਇਹਨਾਂ ਨੇ ਬੇੜੀ ਡੋਬਣੀ ਆ। ਹਾਂ, ਇਹ ਗੱਲ ਵੱਖਰੀ ਆ ਵੀ ਰੌਲਾ ਪਾਉਣਗੇ। ਦੇਖਿਆ ਉਹ ਦੋ ਜਣੀਆਂ ਰੌਲਾ ਪਾਉਂਦੀਆਂ ਸੀ, ਉਹਨਾਂ ਨੇ ਪਿਕਸ ਖਰਾਬ ਕਰਤੀ। ਅਸੀਂ ਪਿਕਸ ਦੇ ਵਿੱਚੋਂ ਇਹੋ ਜਿਹੇ ਗੰਦਿਆਂ ਦੀ ਧਲਾਈ करना चाहते हैं। वैसे बिल्कुल आपने सही कहा दीदी कि इस तरह के जब सस्पेंडेड रियल्टर्स पिक्स के बोर्ड में बैठते हैं तो बहुत सारे जो आवाज़ है वो उठ रही है। वैसे अगर पिक्स के अंदर सही सारे काम हो तो लोग लाइन लगा देंगे पिक्स के बोर्ड में बैठने के लिए। पीपल वुड वाना जॉइन दोज ऑर्गेनाइजेशन जहाँ पर सही काम होते हैं। लेकिन अफसोस आप लोगों ने देखा ही है, AGM मीटिंग हुई, पिक्स के चेयर और वाइस चेयर दोनों पिक्स के बोर्ड को छोड़कर चले गए और पिक्स के बोर्ड पर बैठने वाले कैसे लोग मिले हैं वो तो आप लोगों के सामने ही नज़र आ रहे हैं। सवाल जिन पे फार्मर्स प्रोटेस्ट के वक्त फंड्स रेजिंग करने के लिए उठाए गए थे, उस तरह के लोग आज पिक्स के बोर्ड पर बैठे हुए हैं। सस्पेंडेड रियल्टर पिक्स के बोर्ड पे बैठे हुए हैं। तो इस तरह के जो करप्ट लोग हैं वो लोग आएंगे पिक्स के बोर्ड में बैठने के लिए। जो सही ईमानदार लोग हैं जिस तरह से त्रिलोचन तोची, अमर सिद्धू थे, ये छोड़कर चले गए पिक्स के बोर्ड के। इस तरह की गंदगी में बैठकर अपना नाम क्यों ख़राब करना है? सो दिस इज़ द रीज़न। और आप लोगों ने सही तरीक़ा से देखा है। और एक बार फिर आप लोगों को याद दिला दें कि सस्पेंडेड रियल्टर के डॉक्यूमेंट्स अगर आपको नहीं मिला है तो गूगल में जाकर कैंप पवार सस्पेंडेड रियल्टर टाइप कीजिए, आपको पूरे डॉक्यूमेंट सामने आ जाएंगे। फिर आपको पता चल जाएगा कि ये रियल्टर किस तरह का है और ये बोर्ड में पिक्स में बैठकर क्या करेगा। याद रखो, पिक्स एक नॉन प्रॉफिट ऑर्गेनाइजेशन है। हमारे बुज़ुर्गों ने कई ने मेहनत किया है इस पिक्स को खड़ा करने के लिए, ख़ास तौर से चरणपाल अंकल चरणपाल गिल ने जिन्होंने पिक्स को बनाकर इस तरह से तैयार करके दिया। इस तरह के लुटेरे आकर बोर्ड में बैठकर, इस तरह के लोग बैठकर इसको ख़राब करने के लिए, वी डोंट वांट दैट। और जब तक ऐसे बोर्ड ऑफ डायरेक्टर्स बैठेंगे पिक्स के अंदर तो ऐसा ही सब कुछ होता रहेगा। सो मेक श्योर करो, आवाज़ उठाओ, बताओ लोगों को कि ऐसे बोर्ड ऑफ डायरेक्टर्स पिक्स में बैठे हुए, जब तक ये इनको नहीं निकालेंगे पिक्स की तरफ कोई भी एक नज़र नहीं डालेगा। अब पिक्स वालों के गुरु नानक डाइवर्सिटी विलेज का जो प्रोजेक्ट है वो हॉल्ट हो जाएगा। पीपल आर नॉट गोना सपोर्ट इट। और सरकार कितने देर तक इसे सपोर्ट करेगा जब आम जनता जो सरकार के वोटर्स है वो नहीं चाहते कि इस तरह के करप्ट लोगों के हाथ ये प्रोजेक्ट दिया जाए। जिस तरह से मैंने पहले भी बताया हुआ है कि NDP सरकार अगर इस बात को सीरियसली नहीं लेगा, इस पर सीरियसली ध्यान नहीं देगा, तो हो सकता है NDP के हाथ से सरकार भी स्लिप हो जाए, क्योंकि लोग चाहते हैं वो सरकार होवे जो काम कर सके। अब SRO का हाल आप लोगों के सामने है।
अटायरा का हाल आप लोगों के सामने है. हाउ लॉन्ग विल इट टेक एनडीपी टू रियलाइज के पिक्स के अंदर भी वही सब कुछ हो रहा है? व्हेन विल दे बी एबल टू अंडरस्टैंड दिस? ये बात सोचो जरा. और एक बार जब एनडीपी को इस बात का पता चल जाए कि दिस इज व्हाट्स हैपनिंग, तो एनडीपी इसकी सफाई क्यों नहीं कर रहे? क्यों नहीं कर रहे? इस बात का अगर ध्यान नहीं दिया जाएगा तो हो सकता है सरकार जो है वो एनडीपी के हाथ से स्लिप हो जाएगा. इस तरह की बातें याद रखो. अवाम की आवाज़ जो है वो सबसे बिगेस्ट वॉइस है, सबसे ज़्यादा आवाज़ करने वाला वॉइस है. कैंप पवार जैसे सस्पेंडेड रियल्टर बोर्ड में बैठकर लुटेरे लूटने की बात ज़रूर करेंगे, लेकिन एक संस्था को आगे बढ़ाने की बात नहीं करेंगे. तो याद रखो, पिक्स को अगर आपने आगे बढ़ाना है, सरकार से भी सवाल उठाओ, पूछो उनसे कि गूगल में जाकर सर्च करो सस्पेंडेड रियल्टर कैंप पवार, आपको पता चल जाएगा वो पिक्स के बोर्ड में क्या कर रहा है. व्हाई इज ही सिटिंग एट पिक्स बोर्ड, और कैसे बैठ गया वहां जाके? ये बात जानना जरूरी है. ऐसे लोगों को तो आम लोग मुंह नहीं लगाते. दे डोंट वांट टू हैव एनीथिंग टू डू विद देम. लेकिन ऐसे लोग पिक्स के बोर्ड ऑफ डायरेक्टर पे कैसे बैठे हुए? सो दिस इज समथिंग दैट यू हैव टू अंडरस्टैंड. जो लोग सोशल मीडिया पर इस तरह की तस्वीरें डालते हैं, लड़कियां अपने कदमों पे बिठा के शराब की बोतल लेकर, ये हमारे पिक्स के बोर्ड ऑफ डायरेक्टर बने बैठे हैं. हाउ एंड व्हाई? ये सवाल है. ਸ਼ਰਾਬ ਤੇ ਸ਼ਬਾਬ ਦਾ ਅੱਡਾ ਬਣ ਤੋਂ ਅਗਰ ਬਚਾਉਣਾ ਹੈ ਪਿਕਸ ਨੂੰ, ਤਾਂ ਬਾਹਰ ਦਾ ਦਰਵਾਜ਼ਾ ਕੈਂਪ ਵਾਰ ਵਰਗੇ ਲੋਕਾਂ ਨੂੰ ਦਿਖਾਉਣਾ ਜ਼ਰੂਰੀ ਹੈ, ਲਾਜ਼ਮੀ ਹੈ. ਉਹ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਆਪਣੇ ਪਰਸਨਲ ਨਿੱਜੀ ਜ਼ਿੰਦਗੀ 'ਚ ਕਰਦੇ ਨੇ. ਉਹਨਾਂ ਦੀ ਨਾਗਰਿਕ ਦੇ ਹੋਣ ਦੇ ਨਾਤੇ ਉਹਨਾਂ ਦੀਆਂ ਮਰਜ਼ੀਆਂ ਨੇ, ਉਹਨਾਂ ਦੀਆਂ ਕਹਿ ਸਕਦੇ ਨੇ ਸ਼ੌਕ ਨੇ, ਸਬੱਬ ਨੇ, ਜੋ ਮਰਜ਼ੀ ਨੇ. ਪਰ ਬਤੌਰ ਬੋਰਡ ਆਫ ਡਾਇਰੈਕਟਰ ਐਟ ਪਿਕਸ ਨਾ ਇਹ ਸੋਭਾ ਦਿੰਦੇ ਸੀ, ਨਾ ਹਨ, ਨਾ ਦੇਣਗੇ. ਸੋ ਕੈਂਪ ਵਾਰ, ਸ਼ਰਾਬ ਸ਼ਬਾਬ, ਸਾਰਿਆਂ ਦੀ ਰੁਖਸਤੀ ਜਿਹੜੀ ਆ ਉਹ ਜ਼ਰੂਰੀ ਹੈ. सफाई करना बहुत ज़रूरी है. और वैसे कैंप पवार के बारे में एक और स्कैंडल बहुत ही जल्द हम लेकर आ रहे हैं. इंतज़ार कीजिए, देयर इज मोर कमिंग. जैसे ही सस्पेंडेड रियल्टर कैंप पवार के बारे में हम लोगों ने बात करना शुरू किया, एक से एक हमें इन्फॉर्मेशन आना शुरू हो गया. और जो इन्होंने अपने हॉस्पिटल के जो कोलीग के साथ किया वो तो आप लोगों को बता दिया. वी हैव अनदर स्कैंडल कमिंग अप. स्टे ट्यून, सुनते रहिए www.mwlive.ca. until next time, goodbye and be safe. ਕੈਂਪ ਵਾਰ ਦੀ ਦਿਨ ਬ ਦਿਨ ਵੱਧ ਰਹੀ ਜਿਹੜੀ ਫਾਈਲ ਹੈ, ਉਹਦਾ ਕੱਦ ਕਾਫੀ ਜ਼ਿਆਦਾ ਉੱਚਾ ਹੋ ਰਿਹਾ ਹੈ. ਪ੍ਰੋਗਰਾਮ ਦੇ ਵਿੱਚ ਸਮਾਂ ਸਾਂਝਾ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ.